ਸਾਹਿਬ ਜੀ। ਤੇਰੇ ਕਵਨ ਕਵਨ ਗੁਣ ਕਹੇ ਕਹੇ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਾਕੂੰ, ਤੁਮਰੀ ਮਹਿਮਾ ਬਰਨ ਨਾ ਸਾਕੂੰ। ਤੂੰ ਠਾਕੁਰ ਊਚ ਭਗਵਾਨਾ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੈ ਪਰਮ ਗਤ ਮੇਰੀ। ਜਲਨ ਬੁਝੀ ਸ਼ੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜਿਉ। ਫਰੀਦਾ ਲੋੜੈ ਦਾਖ ਬਿਜੋਰੀਆਂ, ਕਿੱਕਰ ਬੀਜੈ ਜੱਟ ਹੰਡੈ ਉਨ ਕਤਾਇਂਦਾ। ਪੈਂਦਾ ਲੋੜੈ ਪਟ ਹੰਡੈ ਉਨ ਕਤਾਇਂਦਾ। ਪੈਂਦਾ ਲੋੜੈ ਪਟ। ਪਰਮ ਸਨਮਾਨਯੋਗ ਦੀਨ ਦੁਨੀ ਦੇ ਮਾਲਕ, ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਨਾਮ ਬਾਣੀ ਕੇ ਬੋਹਿਤ, ਹਲਤ ਪਲਤ ਸਵਾਰ ਦੇਣ ਵਾਲੇ ਗੁਰੂ ਗਰੀਬ ਨਵਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਸਤਿਕਾਰਯੋਗ ਸਤ ਸੰਗੀ ਜਨੋ, ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਕਿਰਪਾ ਕੀਤੀ ਹੈ। ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੋਈਆਂ ਹਨ। ਬੜੇ ਪਿਆਰ ਦੇ ਨਾਲ ਆਪ ਜੀਆਂ ਨੇ ਅੰਮ੍ਰਿਤਮਈ ਬਾਣੀ ਨੂੰ ਸਰਵਣ ਕੀਤਾ ਹੈ। ਆਓ ਚੱਲ ਰਹੀ ਲੜੀਵਾਰ ਭਗਤ ਫਰੀਦ ਸਾਹਿਬ ਜੀ ਦੇ ਪਾਵਨ ਸ਼ਲੋਕਾਂ ਦੀ ਵਿਚਾਰ। ਜਿੱਥੇ ਰੋਜ਼ਾਨਾ ਇੱਕ ਸ਼ਲੋਕ ਦੀ ਵਿਚਾਰ ਦੇ ਨਾਲ ਆਪਾਂ ਮਨ ਬਿਰਤੀਆਂ ਨੂੰ ਜੋੜਨ ਦਾ ਯਤਨ ਕਰਦੇ ਹਾਂ। ਇੱਕ ਸ਼ਲੋਕ ਦੀ ਹਰ ਰੋਜ਼ ਵਿਚਾਰ ਕਰਦੇ ਹਾਂ। ਅੱਜ 23 ਨੰਬਰ ਸ਼ਲੋਕ ਦੀ ਵਿਚਾਰ, ਜੋ ਭਗਤ ਫਰੀਦ ਸਾਹਿਬ ਜੀ ਨੇ ਬੜੇ ਪਿਆਰ ਦੇ ਨਾਲ ਇੱਕ ਉਸ ਕਿਰਸਾਨ ਦੀ ਉਦਾਹਰਣ ਦੇ ਕੇ, ਜਿਹੜਾ ਧਰਤੀ ਦੀ ਹਿੱਕ ਉੱਤੇ ਹਲ ਵਾਹ ਕੇ ਉਸ ਵਿੱਚ ਬੀਜ ਪਾਉਂਦਾ ਹੈ, ਉਸ ਤੋਂ ਬਾਅਦ ਖੇਤੀ ਪ੍ਰਫੁੱਲਤ ਹੁੰਦੀ ਹੈ।
ਇਸ ਉਦਾਹਰਨ ਦੇ ਨਾਲ ਸਾਨੂੰ ਜ਼ਿੰਦਗੀ ਦਾ ਮਕਸਦ ਸਮਝਾਇਆ ਹੈ। ਆਓ ਪਾਵਨ ਸ਼ਲੋਕ ਦੀ ਵਿਚਾਰ ਦੇ ਨਾਲ ਮਨ ਬਿਰਤੀਆਂ ਨੂੰ ਜੋੜਨ ਦਾ ਯਤਨ ਕਰੀਏ। ਜਿਤਨੇ ਵੀ ਮਾਈ ਭਾਈ ਜਨ ਗੁਰੂ ਚਰਨਾਂ ਵਿੱਚ ਜੁੜ ਕੇ ਬੈਠੇ ਹੋ, ਸਰਬੱਤ ਸੰਗਤ ਸਿੱਖੀ ਦੇ ਅਸੂਲ ਨੂੰ ਮੁੱਖ ਰੱਖਦਿਆਂ ਗੁਰੂ ਫਤਿਹ ਨਾਲ ਸਾਂਝ ਕਰੋ। ਕੋਈ ਵੀ ਰਸਨਾ ਗੁਰੂ ਫਤਿਹ ਤੋਂ ਵਾਂਝੀ ਨਾ ਰਹੇ। ਇੱਕੋ ਵਾਰੀ ਕਹਿਣ ਤੇ ਸਰਬੱਤ ਸੰਗਤ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਖ ਫਰੀਦ ਸਾਹਿਬ ਜੀ ਦੀ ਰਸਨਾ ਦੇ ਦੁਆਰਾ ਉਚਾਰਨ ਕੀਤੇ ਇਹ ਪਾਵਨ ਬਚਨ ਫਰੀਦਾ ਲੋੜੈਂ ਦਾਖ ਬਿਜੌਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨ ਕਤਾਏਂ ਦਾ ਪਹਿੰਦਾ ਲੋੜੈਂ ਪੱਟ। ਲੜੀਵਾਰ ਸ਼ਲੋਕਾਂ ਦੇ ਵਿੱਚੋਂ 23 ਨੰਬਰ ਸ਼ਲੋਕ ਹੈ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਕ 1379 ਦੇ ਉੱਪਰ ਸੁਭਾਏਮਾਨ ਹੈ। ਫਰੀਦ ਸਾਹਿਬ ਨੇ ਸਾਡੇ ਜੀਵਨ ਦੀ ਜਿਹੜੀ ਅਸਲੀਅਤ ਹੈ ਉਹ ਤਸਵੀਰ ਦੇ ਰੂਪ ਵਿੱਚ ਸਾਹਮਣੇ ਰੱਖੀ ਹੈ। ਮਨੁੱਖ ਦੇ ਸੁਭਾਅ ਵਿੱਚ ਇਹ ਗੱਲਾਂ ਘਰ ਕਰ ਚੁੱਕੀਆਂ ਨੇ। ਕਰਨਾ ਕੁਝ ਹੋਰ ਚਾਹੁੰਦਾ ਹੈ ਤੇ ਪ੍ਰਾਪਤੀ ਕਿਸੇ ਹੋਰ ਚੀਜ਼ ਦੀ ਕਰਨੀ ਚਾਹੁੰਦਾ ਹੈ। ਕਰਮ ਹੋਰ ਹੈ, ਪ੍ਰਾਪਤੀ ਹੋਰ ਹੈ। ਨਿਸ਼ਾਨਾ ਬੰਦੇ ਦਾ ਕੁਝ ਹੋਰ ਹੈ, ਪਰ ਜਿਹੜੀ ਪ੍ਰਾਪਤੀ ਕਰਨੀ ਚਾਹੁੰਦਾ ਉਹ ਕੁਝ ਹੋਰ ਤਰ੍ਹਾਂ ਦੀ ਹੈ। ਪੁਰਾਤਨ ਸਮੇਂ ਦੇ ਅੰਦਰ ਵੱਡੇ ਵੱਡੇ ਬਾਦਸ਼ਾਹ, ਰਾਜੇ, ਲੋਕ ਜਿਹੜੇ ਹੁੰਦੇ ਸਨ, ਉਹਨਾਂ ਦੇ ਕੋਲ ਬੜਾ ਵੱਡਾ ਲਾਹੋ ਲਸ਼ਕਰ ਹੋਇਆ ਕਰਦਾ ਸੀ। ਜਿਵੇਂ ਫੌਜਾਂ, ਘੋੜੇ, ਵਧੀਆ ਕਿਸਮ ਦੇ ਸ਼ਾਸਤਰ, ਬੜੇ ਬੜੇ ਸੂਰਬੀਰ ਸੁਭੱਟ ਉਹਨਾਂ ਦੇ ਪਾਸ ਹੋਇਆ ਕਰਦੇ ਸਨ। ਬੜੇ ਬੜੇ ਬਲਵਾਨ ਤੇ ਤਾਕਤਵਰ ਯੋਧੇ ਉਹਨਾਂ ਦੇ ਕੋਲ ਹੁੰਦੇ ਸਨ। ਐਲਕਾਰ ਰਾਜੇ ਦੇ ਉਸ ਦਰਵਾਜ਼ੇ ਤੇ ਉਹਨਾਂ ਦਹਲੀਜ਼ਾਂ ਤੇ ਖੜੇ ਹੁੰਦੇ ਸਨ। ਸਿਪਾਹ ਸਲਾਰ ਖੜੇ ਹੁੰਦੇ ਸਨ ਜਿੱਥੇ ਬਿਨਾਂ ਇਜਾਜ਼ਤ ਤੋਂ ਬੰਦੇ ਨੂੰ ਕਿਧਰੇ ਵੀ ਅੰਦਰ ਆਉਣ ਜਾਣ ਦਾ ਅਧਿਕਾਰ ਕੋਈ ਨਹੀਂ ਸੀ। ਜਿੱਥੇ ਰਾਜੇ ਦੀ ਸਾਰੀ ਪ੍ਰਜਾ ਦੇ ਵਿੱਚ ਜੈ ਜੈਕਾਰ ਹੁੰਦੀ ਸੀ। ਜਿਵੇਂ ਪੋਲੀਟੀਕਲ ਲੋਕ ਅਕਸਰ ਰਾਜੇ ਦੇ ਚਰਨਾਂ ਦੇ ਵਿੱਚ ਜਾ ਕੇ ਬੈਠਦੇ ਸਨ ਔਰ ਕੁਝ ਲੋਕ ਆਪਣੀਆਂ ਮੰਗਾਂ ਰੱਖ ਕੇ ਉਸ ਰਾਜੇ ਦੇ ਕੋਲੋਂ ਬਹੁਤ ਵੱਡੇ ਵੱਡੇ ਕਾਰਜ ਕਰਵਾਉਂਦੇ ਸਨ। ਜਿੱਥੇ ਬਾਕੀ ਸਭ ਕੁਝ ਉਸ ਰਾਜੇ ਦੇ ਕੋਲ ਹੁੰਦਾ ਸੀ ਤੇ ਇੱਕ ਉਹਦੇ ਮਨ ਵਿੱਚ ਇਹ ਵੀ ਖਿਆਲ ਹੁੰਦਾ ਸੀ, ਮੈਂ ਸਮਾਜਿਕ ਪੱਖੋਂ, ਆਰਥਿਕ ਪੱਖੋਂ, ਰਾਜਨੀਤਿਕ ਪੱਖੋਂ ਹਰ ਖੇਤਰ ਤੋਂ ਮੈਂ ਮਜ਼ਬੂਤ ਹਾਂ ਤੇ ਮੇਰਾ ਧਾਰਮਿਕ ਪੱਖ ਬੜਾ ਕਮਜ਼ੋਰ ਹੈ। ਕਿਧਰੇ ਲੋਕ ਇਹ ਨਾ ਕਹਿਣ ਵੀ ਰਾਜਾ ਧਾਰਮਿਕ ਨਹੀਂ ਹੈ। ਹੁਣ ਇੱਥੇ ਰਾਜੇ ਦਾ ਇਹ ਮਕਸਦ ਨਹੀਂ ਹੈ ਕਿ ਮੈਂ ਆਪਣਾ ਧਾਰਮਿਕ ਪੱਖ ਸੁਧਾਰਨਾ ਹੈ। ਉੱਥੇ ਰਾਜੇ ਦਾ ਮਕਸਦ ਇਹ ਹੋਇਆ ਕਰਦਾ ਸੀ ਕਿ ਲੋਕ ਕਿਧਰੇ ਇਹ ਨਾ ਕਹਿਣ ਕਿ ਰਾਜਾ ਸਿਰਫ ਪੋਲੀਟੀਕਲ ਹੀ ਹੈ, ਰਾਜਾ ਸਿਰਫ ਕੇਵਲ ਇਸ ਰਾਜ ਸੱਤਾ ਵਾਸਤੇ ਤੇ ਕੁਰਸੀ ਵਾਸਤੇ ਹੀ ਕੰਮ ਕਰਦਾ ਹੈ। ਲੋਕ ਇਉਂ ਨਾ ਕਹਿਣ ਕਿ ਰਾਜੇ ਦੇ ਕੋਲ ਬਹੁਤ ਧਨ ਹੈ, ਫੌਜਾਂ ਨੇ, ਘੋੜੇ ਨੇ, ਸਿਪਾਹ ਸਲਾਰ ਨੇ, ਬੜਾ ਵੱਡਾ ਇਹਦੇ ਕੋਲ ਇਲਾਕਾ ਹੈ, ਇਲਾਕਿਆਂ ਦਾ ਮਾਲਕ ਹੈ ਤੇ ਪਬਲਿਕ ਦੇ ਮਨਾਂ ਤੇ ਰਾਜ ਕਰਦਾ ਹੈ। ਕਿਧਰੇ ਲੋਕ ਇਹ ਨਾ ਕਹਿਣ ਵੀ ਇਹਨੂੰ ਤਾਂ ਧਾਰਮਿਕਤਾ ਦਾ ਪਤਾ ਨਹੀਂ ਹੈ। ਸਿਰਫ ਲੋਕ ਲੱਜਾ ਵਾਸਤੇ ਰਾਜੇ ਨੇ ਫਿਰ ਧਾਰਮਿਕ ਲੋਕ ਵੀ ਕੈਸ਼ ਕੀਤੇ ਹੁੰਦੇ ਸਨ। ਉਹਨਾਂ ਧਾਰਮਿਕ ਲੋਕਾਂ ਨੂੰ ਰਾਜੇ ਨੇ ਖਰੀਦਿਆ ਹੁੰਦਾ ਸੀ।
ਤੇ ਰਾਜੇ ਦੇ ਦਰਬਾਰ ਵਿੱਚ ਉਹ ਧਾਰਮਿਕ ਲੋਕ ਜਾ ਕੇ ਜਿੱਥੇ ਰੱਬ ਦੀ ਗੱਲ ਸ਼ੁਰੂਆਤ ਕਰਦੇ ਸੀ, ਉੱਥੇ ਨਾਲ ਨਾਲ ਰਾਜੇ ਦੀ ਤੁਲਨਾ ਵੀ ਰੱਬ ਨਾਲ ਕਰਦੇ ਸੀ। ਵੀ ਜੇ ਤੁਸੀਂ ਪਬਲਿਕ ਨੂੰ ਸੰਬੋਧਨ ਹੋ ਕੇ ਕਹਿੰਦੇ ਸੀ ਜੇ ਤੁਸੀਂ ਰੱਬ ਦੇਖਣਾ, ਇਸ ਰਾਜਨ ਦੇ ਵਿੱਚੋਂ ਤੱਕ ਸਕਦੇ ਹੋ। ਇੱਦਾਂ ਦਾ ਕੁਝ ਭਾਰਤ ਦੀ ਸੰਸਕ੍ਰਿਤੀ ਦੇ ਵਿੱਚ ਵਾਪਰਦਾ ਰਿਹਾ, ਔਰ ਅੱਜ ਵੀ ਕਿਤੇ ਨਾ ਕਿਤੇ ਉਹ ਗੱਲਾਂ ਲੋਕਾਂ ਦੇ ਮਨਾਂ ਵਿੱਚ ਘਰ ਕੀਤੀਆਂ ਨੇ ਵੀ ਜਿਹੜਾ ਰਾਜਾ ਹੁੰਦਾ ਉਹ ਰੱਬ ਦਾ ਰੂਪ ਹੁੰਦਾ ਹੈ। ਪਰ ਜਿਹੜੇ ਪੋਲੀਟੀਕਲ ਲੋਕ ਹੁੰਦੇ ਨੇ ਅਕਸਰ ਉਹਨਾਂ ਨੇ ਰਾਜਨੀਤੀ ਦੀਆਂ ਗੱਲਾਂ ਕਰਨੀਆਂ ਹੁੰਦੀਆਂ ਨੇ। ਰਾਜਨੀਤੀ ਦੇ ਵਿੱਚ 100 ਉਤਰਾਅ ਚੜ੍ਹਾਅ ਆਉਂਦੇ ਨੇ। ਪਰ ਜੇ ਆਪਾਂ ਗੱਲ ਕਰੀਏ, ਜਿਹੜੀ ਆਪਾਂ ਵਿਚਾਰ ਸਾਂਝੀ ਕਰਨ ਲੱਗੇ ਸੀ, ਉਹ ਇਹ ਸੀ ਕਿ ਜਿੱਥੇ ਰਾਜਾ ਹਰ ਪੱਖ ਤੋਂ, ਹਰ ਖੇਤਰ ਤੋਂ ਪਰਪੱਕ ਸੀ, ਉਹਨੇ ਸੋਚਿਆ ਵੀ ਲੋਕ ਇਹ ਨਾ ਕਹਿਣ ਕਿ ਇਹ ਧਾਰਮਿਕ ਨਹੀਂ ਹੈ, ਰਾਜੇ ਦੇ ਅੰਦਰ ਧਾਰਮਿਕਤਾ ਨਹੀਂ ਹੈ, ਇਹ ਤਾਂ ਨਾਸਤਕ ਹੋ ਸਕਦਾ ਹੈ। ਉਹਨੇ ਆਪਣੇ ਆਪ ਦੇ ਵਿੱਚ ਧਾਰਮਿਕ ਹੋਣ ਦਾ ਦਿਖਾਵਾ ਕਰਨ ਦੇ ਲਈ ਧਾਰਮਿਕ ਲੋਕ ਵੀ ਧਰਮੀ ਕਿਤਾਬਾਂ ਪੜ੍ਹਨ ਦੇ ਵਾਸਤੇ ਉਹਨੇ ਆਪਣੇ ਕੋਲ ਰੱਖ ਲਏ। ਉਹ ਮਜ਼ਹਬ ਦੀਆਂ ਕਿਤਾਬਾਂ ਪੜ੍ਹਦੇ ਨੇ, ਲੋਕਾਂ ਨੂੰ ਸੁਣਾਉਂਦੇ ਨੇ। ਇਸੇ ਲਈ ਤਾਂ ਬਾਦਸ਼ਾਹਾਂ ਦੇ ਪਾਸ ਕਾਜੀ ਰਹਿੰਦਾ ਸੀ, ਹੱਥ ਵਿੱਚ ਤਸਬੀਹ ਫੇਰਦਾ। ਰਾਜਿਆਂ ਦੇ ਕੋਲ ਵੱਡੇ ਵੱਡੇ ਉਹ ਮੁਨਸ਼ੀ, ਉਹ ਵਜ਼ੀਰ ਹੋਇਆ ਕਰਦੇ ਸੀ ਜਿਹੜੇ ਧਾਰਮਿਕਤਾ ਦੀ ਗੱਲ ਦੱਸਦੇ ਸਨ, ਜਿਹਨੂੰ ਅੱਜ ਦੇ ਸਮੇਂ ਦੇ ਵਿੱਚ ਕਿਸੇ ਮੰਤਰੀ ਦਾ ਸਲਾਹਕਾਰ ਆਪਾਂ ਕਹਿ ਸਕਦੇ ਹਾਂ। ਰਾਜਿਆਂ ਦੇ ਸਲਾਹਕਾਰ ਹੋਇਆ ਕਰਦੇ ਸੀ। ਉਹਦੇ ਨਾਲ ਨਾਲ ਧਾਰਮਿਕ ਲੋਕਾਂ ਦੀ ਵੀ ਸਲਾਹ ਲਈ ਜਾਂਦੀ ਸੀ। ਇੱਕ ਧਾਰਮਿਕ ਵਿਅਕਤੀ ਨਿਯਤ ਕੀਤਾ ਹੁੰਦਾ ਸੀ। ਇਸ ਭਾਰਤ ਦੀ ਧਰਤੀ ਤੇ ਉਸ ਸਮੇਂ ਦਾ ਧਰਮੀ ਤੇ ਧਾਰਮਿਕ ਅਖਵਾਉਣ ਵਾਲਾ ਵਿਅਕਤੀ ਜਿਹੜਾ ਪ੍ਰਮੁੱਖ ਤੌਰ ਤੇ ਸੀ, ਉਹ ਸੀ ਬ੍ਰਾਹਮਣ। ਇਸਲਾਮ ਦੇ ਵਿੱਚ ਸੀ ਕਾਜ਼ੀ। ਔਰ ਰਾਜਿਆਂ ਤੇ ਬਾਦਸ਼ਾਹਾਂ ਨੇ ਇਹਨਾਂ ਦੋ ਵਿਅਕਤੀਆਂ ਨੂੰ ਧਾਰਮਿਕ ਹੋਣ ਦੇ ਨਾਤੇ ਆਪਣੇ ਕੋਲ ਰੱਖਿਆ ਸੀ, ਕਿਉਂਕਿ ਲੋਕ ਇਹ ਨਾ ਕਹਿਣ ਕਿ ਰਾਜੇ ਦੇ ਅੰਦਰ ਧਾਰਮਿਕਤਾ ਨਹੀਂ ਹੈ। ਗੱਲ ਨੂੰ ਜਰਾ ਕੁ ਗੌਰ ਨਾਲ ਸਮਝਣਾ। ਇਸ ਨੂੰ ਰਾਜੇ ਦੀ ਮਨਸ਼ਾ ਇਹ ਨਹੀਂ ਸੀ ਕਿ ਇਹਨਾਂ ਦੇ ਰੱਖਣ ਦੇ ਨਾਲ ਮੈਂ ਬੜਾ ਵੱਡਾ ਧਰਮੀ ਬਣ ਜਾਵਾਂਗਾ। ਰਾਜੇ ਦੀ ਮਨਸ਼ਾ ਇਹ ਸੀ ਕਿ ਮੈਂ ਧਰਮੀ ਦਿਸਾਂਗਾ। ਲੋਕ ਕਹਿਣਗੇ ਧਰਮੀ ਹੈ, ਲੋਕ ਕਹਿਣਗੇ ਇਹ ਰੱਬ ਨੂੰ, ਭਗਵਾਨ ਨੂੰ, ਅੱਲਾ ਖੁਦਾ ਨੂੰ ਵੀ ਮੰਨਦਾ ਹੈ। ਤੇ ਜਦ ਲੋਕ ਕਹਿਣਗੇ ਇਹ ਗੱਲਾਂ ਤੇ ਮੇਰੇ ਕੰਨਾਂ ਵਿੱਚ ਇਹ ਗੱਲਾਂ ਪੈਣਗੀਆਂ ਤੇ ਮੈਨੂੰ ਹੌਸਲਾ ਹੋਵੇਗਾ ਕਿ ਮੇਰਾ ਰਾਜ ਭਾਗ ਸਲਾਮਤ ਰਹਿ ਸਕਦਾ ਹੈ। ਕਈ ਵਾਰ ਉਹ ਲੋਕ ਵੀ ਹੁੰਦੇ ਨੇ ਜਿਹੜੇ ਧਾਰਮਿਕ ਖਿਆਲਾਂ ਤੋਂ ਪੋਲੀਟੀਕਲ ਲੋਕਾਂ ਦਾ ਵਿਰੋਧ ਕਰਦੇ ਨੇ। ਆਪਣੇ ਮਜ਼ਹਬ ਦੇ ਉਲਟ ਕੋਈ ਪੋਲੀਟੀਕਲ ਬੰਦਾ ਕਿਸੇ ਹੋਰ ਥਾਂ ਤੇ ਜਾ ਕੇ ਸਜਦਾ ਕਰ ਦੇਵੇ ਤੇ ਧਾਰਮਿਕ ਖਿਆਲਾਂ ਦੇ ਲੋਕ ਉਹਦਾ ਵਿਰੋਧ ਕਰਦੇ ਨੇ, ਕਿਉਂਕਿ ਇਹ ਪ੍ਰਮੁੱਖ ਬੰਦਾ ਹੈ, ਇਹ ਪਬਲਿਕ ਦੇ ਲਈ ਰੋਲ ਮਾਡਲ ਹੈ। ਜਦ ਇਹ ਕਿਧਰੇ ਹੋਰ ਜਾਵੇਗਾ ਤੇ ਬਾਕੀ ਪ੍ਰਜਾ ਵੀ ਤਾਂ ਜਾਵੇਗੀ ਨਾ। ਸੋ ਖੈਰ, ਇਹ ਇੱਕ ਤਰ੍ਹਾਂ ਦਾ ਅਲੱਗ ਵਿਸ਼ਾ ਹੈ। ਮੈਂ ਜਿਹੜੀ ਅਰਜ਼ ਕਰਨ ਲੱਗਾ ਸੀ, ਰਾਜਿਆਂ ਦੀ ਮਨਸ਼ਾ ਧਾਰਮਿਕ ਹੋਣਾ ਨਹੀਂ ਹੁੰਦਾ। ਰਾਜਿਆਂ ਦੀ ਮਨਸ਼ਾ ਹੁੰਦੀ ਵੀ ਦਿਖਾਵਾ ਕਰਨਾ। ਉਹਨਾਂ ਦਾ ਨਿਸ਼ਾਨਾ ਕੋਈ ਹੋਰ ਹੁੰਦਾ ਹੈ ਤੇ ਕਰਮ ਕੋਈ ਹੋਰ ਹੁੰਦਾ ਹੈ। ਕਰਮ ਉਹ ਇਹ ਕਰਦੇ ਨੇ ਵੀ ਲੋਕਾਂ ਨੂੰ ਦਿਖਾਇਆ ਜਾਵੇ ਵੀ ਰਾਜਾ ਧਾਰਮਿਕ ਵੀ ਹੈ। ਨਿਸ਼ਾਨਾ ਇਹ ਹੁੰਦਾ ਹੈ ਵੀ ਜਿੱਥੇ ਬਾਕੀ ਤਿੰਨ ਪੱਖ ਮੇਰੇ ਮਜ਼ਬੂਤ ਨੇ, ਆਰਥਿਕ ਪੱਖ, ਸਮਾਜਿਕ ਪੱਖ, ਰਾਜਨੀਤਿਕ ਪੱਖ, ਉੱਥੇ ਚੌਥਾ ਪੱਖ ਮੇਰਾ ਇਹ ਵੀ ਪੂਰਾ ਹੋਣਾ ਚਾਹੀਦਾ ਕਿ ਇਹ ਰਾਜਾ ਧਰਮੀ ਵੀ ਹੈਗਾ ਹੈ, ਸਿਰਫ ਦਿਖਾਉਣ ਵਾਸਤੇ। ਔਰ ਕਈ ਵਾਰੀ ਆਪਾਂ ਦੇਖਦੇ ਹਾਂ ਨਾ ਵੀ ਮਾਰਕੀਟ ਵਿੱਚ ਜਾਂਦੇ ਆਪਾਂ, ਤੇ ਮਾਰਕੀਟ ਵਿੱਚ ਜਾਂਦਿਆਂ ਬਹੁਤ ਸਾਰੀਆਂ ਦੁਕਾਨਾਂ ਦੇ ਮੂਹਰੇ ਲਿਖਿਆ ਹੁੰਦਾ ਹੈ ਇੱਥੇ ਹਰ ਤਰ੍ਹਾਂ ਦੀਆਂ ਵਸਤੂਆਂ, ਜਾਂ ਕੱਪੜੇ ਵਾਲੀ ਦੁਕਾਨ ਤੇ ਸਾਹਮਣੇ ਲਿਖਿਆ ਹੁੰਦਾ ਵੀ ਇਹ ਕੱਪੜੇ ਦਾ ਭੰਡਾਰ ਹੈ, ਇੱਥੋਂ ਹਰ ਤਰ੍ਹਾਂ ਦਾ ਵਧੀਆ ਕੁਆਲਿਟੀ ਦਾ ਕੱਪੜਾ ਖਰੀਦ ਸਕਦੇ ਹੋ। ਇੱਦਾਂ ਹੀ ਵੱਖ-ਵੱਖ ਦੁਕਾਨਾਂ ਤੇ, ਜਿਵੇਂ ਡਾਕਟਰ ਦੀ ਦੁਕਾਨ, ਜਿਵੇਂ ਕਲੀਨਿਕ ਤੇ ਜਾਓਗੇ ਉਹਦੇ ਬਾਹਰ ਲਿਖ ਕੇ ਲਾਇਆ ਹੁੰਦਾ ਵੀ ਇੱਥੇ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਕੀਤਾ ਜਾਂਦਾ ਹੈ। ਹੁਣ ਜਦੋਂ ਮਨੁੱਖ ਕੋਈ ਬਿਮਾਰ, ਕੋਈ ਵੱਖਰੀ ਤੇ ਅਜੀਬ ਤਰ੍ਹਾਂ ਦੀ ਬਿਮਾਰੀ ਦਾ ਸ਼ਿਕਾਰ ਬੰਦਾ ਜਾਵੇ, ਡਾਕਟਰ ਅੱਗੋਂ ਕਹਿ ਦੇਵੇ ਵੀ ਮੈਂ ਤਾਂ ਲਿਖ ਕੇ ਹੀ ਲਾਇਆ, ਮੇਰੇ ਕੋਲੇ ਇਲਾਜ ਨਹੀਂ ਹੈਗਾ। ਇਹਦਾ ਅਰਥ ਹੈ ਵੀ ਡਾਕਟਰ ਦੀ ਕਹਿਣੀ ਕੁਝ ਹੋਰ ਹੈ ਤੇ ਕਰਨੀ ਕੁਝ ਹੋਰ ਹੈ।
ਇਹਦਾ ਅਰਥ ਹੈ ਉਸ ਕਲੀਨਿਕ ਦੇ ਵਿੱਚ ਇਲਾਜ ਕਰਨ ਵਾਲੇ ਬੰਦੇ ਦੇ ਸ਼ਬਦ ਕੁਝ ਕਹਿਣ ਵਾਲੇ ਹੋਰ ਨੇ, ਬਾਹਰ ਲਿਖਤੀ ਰੂਪ ਵਿੱਚ ਕੁਝ ਹੋਰ ਲਾਇਆ ਹੈ, ਅੰਦਰ ਕੁਝ ਹੋਰ ਹੈ। ਜੋ ਲਿਖ ਕੇ ਲਾਇਆ ਉਹ ਹੈ ਨਹੀਂ ਹੈ। ਬੰਦੇ ਨੇ ਬਾਹਰ ਬੋਰਡ ਵੱਡੇ ਵੱਡੇ ਲਾਏ ਨੇ ਅਸਲੀਅਤ ਦੇ, ਪਰ ਅੰਦਰੋਂ ਅਸਲੀਅਤ ਨਾ ਦਿਸੇ ਤਾਂ ਉੱਥੇ ਸਵਾਲ ਖੜੇ ਹੁੰਦੇ ਨੇ। ਧਰਮ ਦੀ ਦੁਨੀਆ ਵਿੱਚ ਵੀ ਇਸੇ ਤਰ੍ਹਾਂ ਵਾਪਰਿਆ। ਧਰਮ ਦੀ ਦੁਨੀਆ ਦੇ ਵਿੱਚ ਬੰਦੇ ਨੇ ਬਾਹਰੀ ਪਹਿਰਾਵਿਆਂ ਤੇ ਬੜਾ ਵੱਡਾ ਜ਼ੋਰ ਦਿੱਤਾ। ਅੱਜ ਬੰਦਾ ਜਿੰਨਾ ਕੁ ਬਾਹਰੋਂ ਸੋਹਣਾ ਦਿਸਣ ਦੀ ਦੌੜ ਵਿੱਚ ਹੈ ਨਾ, ਕਾਸ਼ ਇੰਨਾ ਕੁ ਕਿਧਰੇ ਅੰਦਰੋਂ ਸੋਹਣਾ ਬਣਨ ਦੀ ਦੌੜ ਵਿੱਚ ਹੁੰਦਾ ਨਾ, ਸਮਾਜ ਦਾ ਨਕਸ਼ਾ ਬਦਲ ਜਾਂਦਾ। ਸਮਾਜ ਵਿੱਚ ਕੋਈ ਇੱਦਾਂ ਦਾ ਵਿਅਕਤੀ ਨਾ ਮਿਲਦਾ ਜਿਹੜਾ ਕਹਿੰਦਾ ਵੀ ਦੁਨੀਆ ਮਾੜੀ ਹੋ ਗਈ ਹੈ, ਲੋਕ ਮਾੜੇ ਹੋ ਗਏ ਨੇ। ਅੱਜ ਮਨੁੱਖ ਨੂੰ ਕਹਿਣਾ ਕਿਉਂ ਪੈ ਰਿਹਾ? ਕਿਉਂਕਿ ਉਹ ਵੀ ਵਿੱਚ ਇਨਵੋਲਵ ਹੈ ਇਹਨਾਂ ਲੋਕਾਂ ਦੇ। ਲੋਕ ਮਾੜੇ ਹੋ ਗਏ ਨੇ, ਦੁਨੀਆ ਮਾੜੀ ਹੋ ਗਈ ਹੈ, ਹਾਹਾਕਾਰ ਮਚ ਗਈ ਹੈ। ਇਹ ਕਿਉਂ ਕਹਿੰਦਾ ਹੈ? ਕਿਉਂਕਿ ਬੰਦੇ ਦੀ ਅਸਲੀਅਤ ਕੁਝ ਹੋਰ ਹੈ ਤੇ ਦਿਖਾਵਾ ਕੁਝ ਹੋਰ ਹੈ। ਸਾਰੀ ਜ਼ਿੰਦਗੀ ਉਸ ਅਸਲੀਅਤ ਤੋਂ ਕੋਰਾ ਰਹਿੰਦਾ ਤੇ ਨਕਲ ਨੂੰ ਪ੍ਰਮੋਟ ਕਰਦਾ ਰਹਿੰਦਾ। ਬੰਦਾ ਨਕਲ ਨੂੰ ਪ੍ਰਮੋਟ ਕਰਦਾ। ਮਿਸਾਲ ਦੇ ਤੌਰ ਤੇ ਮੈਂ ਛੋਟੀ ਜਿਹੀ ਉਦਾਹਰਣ ਸਾਂਝੀ ਕਰਾਂਗਾ। ਜਿਨ੍ਹਾਂ ਲੋਕਾਂ ਦੇ ਕੋਲੋਂ ਅਸਲੀ ਗਹਿਣੇ ਨਾ ਪਹਿਨੇ ਜਾਂਦੇ ਹੋਣ, ਉਹ ਨਕਲੀ ਗਹਿਣੇ ਪਹਿਨ ਕੇ ਦਿਖਾਵਾ ਕਰ ਲੈਂਦੇ ਨੇ। ਜਿਹੜੇ ਬੰਦਿਆਂ ਦੇ ਕੋਲੋਂ ਜੀਵਨ ਦੇ ਵਿੱਚ ਅਸਲੀਅਤ ਨਾ ਕਮਾਈ ਜਾਵੇ, ਉਹ ਨਕਲ ਨੂੰ ਵੱਧ ਪ੍ਰਮੋਟ ਕਰ ਲੈਂਦੇ ਨੇ। ਉਹ ਨਕਲ ਪਹਿਨ ਕੇ, ਜਿਵੇਂ ਬੰਦਾ ਅਸਲੀ ਗਹਿਣੇ ਤਾਂ ਪਾ ਨਹੀਂ ਸਕਦਾ, ਅਸਲੀ ਤਾਂ ਤਿਆਰ ਕਰ ਹੀ ਨਹੀਂ ਸਕਦਾ, ਅਸਲੀ ਗਹਿਣਿਆਂ ਜੋਗੀ ਉਹਦੇ ਕੋਲ ਪੂੰਜੀ ਨਹੀਂ ਹੈ, ਪਰ ਬਹੁ ਗਿਣਤੀ ਉਹ ਲੋਕ ਨੇ ਜਿਨ੍ਹਾਂ ਦੇ ਕੋਲ ਅਸਲੀ ਗਹਿਣਿਆਂ ਜੋਗੀ ਪੂੰਜੀ ਨਹੀਂ ਹੈ। ਉਹ ਨਕਲੀ ਗਹਿਣਿਆਂ ਨੂੰ ਪ੍ਰਮੋਟ ਕਰਦੇ ਨੇ, ਨਕਲੀ ਗਹਿਣੇ ਪਾ ਕੇ ਦਿਖਾਵਾ ਕਰਦੇ ਨੇ ਦੁਨੀਆ ਵਿੱਚ। ਸੱਚਮੁੱਚ ਇਦਾਂ ਹੀ ਧਰਮ ਦੀ ਅਸਲੀਅਤ ਤੋਂ ਬੰਦਾ ਕੋਰਾ ਹੈ ਤੇ ਨਕਲ ਨੂੰ ਪਹਿਨ ਕੇ ਬੰਦਾ, ਨਕਲ ਧਾਰਨ ਕਰਕੇ ਨਕਲ ਨੂੰ ਵੱਧ ਪ੍ਰਮੋਟ ਕਰਦਾ ਹੈ। ਨਿਸ਼ਾਨਾ ਕੁਝ ਹੋਰ ਹੈ ਤੇ ਕਰਮ ਕੁਝ ਹੋਰ ਹੈ। ਨਿਸ਼ਾਨਾ ਤਾਂ ਇਹੋ ਹੈ ਨਾ ਵੀ ਲੋਕ ਕਹਿਣਗੇ ਗਹਿਣੇ ਪਹਿਨੇ ਹੋਏ ਨੇ, ਪਰ ਜੋ ਪਹਿਨਿਆ ਉਹ ਅਸਲੀਅਤ ਹੈ ਕਿ ਨਕਲੀ ਹੈ, ਉਹਦੇ ਵਿੱਚ ਕਿੰਨੀ ਕੁ ਅਸਲੀਅਤ ਹੈ, ਉਹਦੇ ਵਿੱਚ ਕਿੰਨਾ ਖਰਾਪਣ ਤੇ ਕਿੰਨਾ ਖੋਟਾਪਣ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਜਦੋਂ ਉਦਾਹਰਣ ਦੇ ਕੇ ਸਮਝਾਇਆ ਤੇ ਸਤਿਗੁਰੂ ਮਹਾਰਾਜ ਕਹਿੰਦੇ ਖੋਟੇ ਤੇ ਖਰੇ ਦੇ ਬਾਰੇ ਜਰਾ ਕੁ ਅੰਤਰ ਕੱਢ ਕੇ ਚੱਲੀ, ਕਿਉਂਕਿ ਖਰੀ ਚੀਜ਼ ਪ੍ਰਮਾਤਮਾ ਦੇ ਦਰ ਤੇ ਪ੍ਰਵਾਨ ਹੁੰਦੀ ਹੈ। ਕਿਸੇ ਸ਼ਾਹ ਦੇ ਕੋਲ, ਕਿਸੇ ਵਪਾਰੀ ਮਨੁੱਖ ਦੇ ਕੋਲ ਕੋਈ ਖੋਟਾ ਸਿੱਕਾ ਲੈ ਕੇ ਚਲਿਆ ਜਾਵੇ ਤੇ ਇਉਂ ਆਖੇ ਵੀ ਮੈਨੂੰ ਇਸ ਸਿੱਕੇ ਦੇ ਬਦਲੇ ਕੁਝ ਵਸਤੂਆਂ ਤੋਲ ਕੇ ਦੇ ਦਿਓ, ਤੇ ਸਿਆਣਾ ਵਪਾਰੀ ਆਖੇਗਾ ਵੀ ਤੇਰਾ ਤਾਂ ਸਿੱਕਾ ਹੀ ਖੋਟਾ, ਮੈਂ ਇਹਦਾ ਕਰਾਂਗਾ ਕੀ, ਇਹ ਚੱਲੇਗਾ ਨਹੀਂ, ਇਹਦੇ ਵਿੱਚ ਤਾਂ ਚਾਂਦੀ ਦੀ, ਸੋਨੇ ਦੀ, ਤਾਂਬੇ ਦੀ ਕੋਈ ਮਿਕਦਾਰ ਹੀ ਨਹੀਂ, ਇਹਦੇ ਵਿੱਚ ਮੈਂ ਇਹਨੂੰ ਕਰਾਂਗਾ ਕੀ, ਇਹ ਤਾਂ ਧਾਤ ਹੀ ਨਕਲੀ ਹੈ, ਇਸ ਨਕਲੀ ਧਾਤ ਦਾ ਮੈਂ ਕਰਾਂਗਾ ਕੀ, ਇਹਨੂੰ ਇਸ ਕਰਕੇ ਤੁਹਾਡਾ ਧੰਨਵਾਦ, ਇਹਨੂੰ ਤੁਸੀਂ ਆਪਣੇ ਕੋਲ ਰੱਖੋ। ਸਿਆਣਾ ਵਪਾਰੀ ਇਹ ਜਵਾਬ ਦੇਵੇਗਾ, ਬਦਲੇ ਵਿੱਚ ਕੋਈ ਮੈਂ ਇਹਦੇ ਵਸਤੂ ਨਹੀਂ ਦੇਵਾਂਗਾ, ਕਿਉਂਕਿ ਤੁਹਾਡੇ ਕੋਲ ਅਸਲੀ ਧਾਤ ਦਾ ਸਿੱਕਾ ਹੀ ਨਹੀਂ ਹੈ, ਇਹਦੇ 'ਚ ਸੋਨੇ ਦੀ ਮਿਕਦਾਰ ਨਹੀਂ ਹੈ, ਇਹਦੇ ਵਿੱਚ ਚਾਂਦੀ ਦੀ ਮਿਕਦਾਰ ਨਹੀਂ ਹੈ, ਇਹਦੇ ਤੇ ਅਸਲੀਅਤ ਦੀ ਮੋਹਰ ਨਹੀਂ ਲੱਗੀ ਹੋਈ, ਇਹਨੂੰ ਮੈਂ ਕਿਵੇਂ ਚਲਾਵਾਂਗਾ। ਖੋਟੇ ਸਿੱਕੇ ਨੂੰ ਸਿਆਣਾ ਵਪਾਰੀ, ਸਿਆਣਾ ਦੁਕਾਨਦਾਰ ਵਾਪਸ ਕਰ ਦਿੰਦਾ ਹੈ, ਮਾਰਕੀਟ ਵਿੱਚ ਨਹੀਂ ਚੱਲਦਾ। ਸਤਿਗੁਰੂ ਮਹਾਰਾਜ ਨੇ ਉਦਾਹਰਣ ਦਿੱਤੀ ਹੈ ਖੋਟੇ ਅਤੇ ਖਰੇ ਦੀ, ਤੇ ਸਾਨੂੰ ਅਸਲੀਅਤ ਸਾਡੀ ਜੀਵਨ ਦੀ ਸਮਝਾਈ ਹੈ ਵੀ ਸਾਡਾ ਖੋਟਾਪਣ ਕਿੰਨਾ ਹੈ, ਸਾਡੇ ਅੰਦਰ ਖਰਾਪਣ ਕਿੰਨਾ ਹੈ। ਤੇ ਮਹਾਰਾਜ ਨੇ ਇਹ ਵੀ ਆਖ ਦਿੱਤਾ ਵੀ ਜੇ ਤਾਂ ਖਰਾ ਬਣ ਕੇ ਜੀਵਨ ਜੀਵੇਂਗਾ, ਆਪਾਂ ਆਮ ਤੌਰ ਤੇ ਪੰਜਾਬੀ ਭਾਸ਼ਾ ਵਿੱਚ ਕਹਿ ਦਿੰਨੇ ਵੀ ਜਿਹੜਾ ਬੰਦਾ ਸੱਚੀ ਗੱਲ ਮੂੰਹ ਤੇ ਕਹਿ ਦੇਵੇ ਉਹਨੂੰ ਕਹਿੰਦੇ ਵੀ ਇਹ ਬੰਦਾ ਖਰਾ ਹੈ, ਸਾਹਮਣੇ ਗੱਲ ਕਹਿ ਦਿੰਦਾ, ਸਾਰਿਆਂ ਦੇ ਸਾਹਮਣੇ ਗੱਲ ਕਹਿ ਦਿੰਦਾ, ਜੋ ਸੱਚੀ ਗੱਲ ਉਹਨੂੰ ਬਿਆਨ ਕਰ ਦਿੰਦਾ ਹੈ, ਇਹ ਬੜਾ ਖਰਾ ਬੰਦਾ ਹੈ। ਤੇ ਖਰੇ ਦਾ ਅਰਥ ਹੁੰਦਾ ਵੀ ਪਿਓਰ, ਜਿਹਦੇ ਵਿੱਚ ਕੋਈ ਮਿਲਾਵਟ ਨਹੀਂ ਹੈ, ਬਿਲਕੁਲ ਉਹ ਓਰੀਜਨਲ, ਜਿਹੜੀ ਨੈਚੁਰਲੀ ਪੈਦਾ ਹੋਈ ਸੀ ਉਹੀ ਉਹ ਹੈ, ਇਹਦੇ ਵਿੱਚ ਕੋਈ ਹੋਰ ਦੂਜੀ ਤਰ੍ਹਾਂ ਦੀ ਮਿਲਾਵਟ ਨਹੀਂ ਕੀਤੀ ਗਈ। ਗਰੀਬ ਨਵਾਜ ਬਾਣੀ 'ਚ ਆਖਦੇ ਖਰੇ ਖਜ਼ਾਨੇ ਪਾਈ ਹੈ,
ਖਰੇ ਖਜ਼ਾਨੇ ਪਾਈਏ ਖੋਟੇ ਸੱਟੀਏ ਬਾਰ-ਬਾਰ। ਖੋਟਿਆਂ ਨੂੰ ਤੇ ਬਾਹਰ ਸੱਟਿਆ ਜਾਂਦਾ ਹੈ, ਖਰੇ ਨੂੰ ਖਜ਼ਾਨੇ ਵਿੱਚ ਪਾ ਲਿਆ ਜਾਂਦਾ ਹੈ। ਇਹਦਾ ਭਾਵ ਅਰਥ ਇਹ ਹੈ, ਜਿਹੜੇ ਖਰੇ ਜੀਵਨ ਵਾਲੇ ਨੇ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਅਸਲੀਅਤ ਕਮਾਈ ਹੈ, ਜਿਨ੍ਹਾਂ ਨੇ ਨਕਲ ਦੇ ਮਗਰ ਨਹੀਂ ਦੌੜੇ, ਜਿਨ੍ਹਾਂ ਨੇ ਨਕਲ ਨੂੰ ਪ੍ਰਮੋਟ ਨਹੀਂ ਕੀਤਾ, ਜਿਨ੍ਹਾਂ ਨੇ ਜੀਵਨ ਦੇ ਅੰਦਰ ਨਕਲ ਹੀ ਨਹੀਂ ਕੀਤੀ, ਤੇ ਮਹਾਰਾਜ ਕਹਿੰਦੇ ਉਹ ਮਾਲਕ ਵਾਹਿਗੁਰੂ ਦੇ ਦਰ ਰੂਪ ਖਜ਼ਾਨੇ ਦੇ ਵਿੱਚ ਪ੍ਰਵਾਨ ਹੁੰਦੇ ਨੇ। ਪੁਰਾਣੇ ਸਮਿਆਂ ਦੇ ਅੰਦਰ ਜਦੋਂ ਟੈਕਸ ਤਾਰਿਆ ਜਾਂਦਾ ਸੀ ਨਾ, ਮਾਮਲਾ ਉਗਰਾਇਆ ਜਾਂਦਾ ਸੀ, ਤੇ ਮਾਮਲਾ ਉਗਰਾਉਣ ਵਾਲੇ ਉਸ ਵਿਅਕਤੀ ਨੂੰ ਲੋਕ ਸਿੱਕਿਆਂ ਦੇ ਰੂਪ ਵਿੱਚ ਵੀ ਪੈਸੇ ਦਿੰਦੇ ਸੀ, ਉਹ ਮਾਮਲਾ ਦਿੰਦੇ ਸੀ, ਜਾਂ ਫਿਰ ਜਿਨਸ ਦੇ ਰੂਪ ਵਿੱਚ ਮਾਮਲਾ ਦਿੱਤਾ ਜਾਂਦਾ ਸੀ। ਤੇ ਕੁਝ ਲੋਕ ਉਹ ਵੀ ਹੁੰਦੇ ਸੀ ਵੀ ਜਦੋਂ ਜਿਨਸ ਦੇ ਰੂਪ ਵਿੱਚ, ਅਨਾਜ ਦੇ ਰੂਪ ਵਿੱਚ ਮਾਮਲਾ ਦਿੰਦੇ ਸੀ ਨਾ, ਉਹਦੇ ਵਿੱਚ ਘੱਟਾ ਮਿੱਟੀ ਤੇ ਰੋੜ ਵੀ ਰਲਾ ਕੇ ਦੇ ਦਿੰਦੇ ਸੀ, ਕਿਉਂਕਿ ਤੋਲ ਪੂਰਾ ਕਰਨਾ ਹੈ, ਕੁਆਲਿਟੀ ਨੂੰ ਥੋੜ੍ਹੀ ਦੇਖਣਾ ਹੈ। ਉਹਦੇ ਵਿੱਚ ਘੱਟਾ ਮਿੱਟੀ ਵੀ ਰਲਾ ਦਿੰਦੇ ਸੀ ਅਨਾਜ ਦੇ ਵਿੱਚ, ਉਹਦੇ ਵਿੱਚ ਵੈਸੇ ਵੀ ਰਲਿਆ ਹੁੰਦਾ ਸੀ, ਉਹਦੇ ਵਿੱਚ ਬਾਕੀ ਨਦੀਨਾਂ ਦਾ ਦਾਣਾ ਵੀ ਰਲਿਆ ਹੁੰਦਾ ਸੀ। ਉਹ ਰਲਾ ਮਿਲਾ ਕੇ ਤੋਲ ਪੂਰਾ ਕਰਕੇ ਤੇ ਉਸ ਵਕਤ ਆਪਣਾ ਜਿਹੜਾ ਮਾਮਲਾ ਸੀ ਉਹ ਤਾਰ ਦਿੰਦੇ ਸੀ। ਤੇ ਕਈ ਵਾਰ ਉਹਦੇ ਤੇ ਪਰਖ ਵੀ ਹੁੰਦੀ ਸੀ, ਕਈ ਵਾਰ ਉਹਦੇ ਤੇ ਛਾਪਾ ਵੀ ਵੱਜਦਾ ਸੀ। ਇਉਂ ਵੀ ਆਖਿਆ ਜਾਂਦਾ ਸੀ ਵੀ ਤੁਹਾਡੀ ਮਾਮਲੇ ਦੇ ਰੂਪ ਵਿੱਚ, ਟੈਕਸ ਦੇ ਰੂਪ ਵਿੱਚ ਦਿੱਤੀ ਹੋਈ ਜਿਹੜੀ ਜਿਨਸ ਹੈ, ਜਿਹੜਾ ਅਨਾਜ ਹੈ, ਉਹ ਯੋਗ ਨਹੀਂ ਹੈ, ਉਹਨੂੰ ਪ੍ਰਵਾਨ ਨਹੀਂ ਕੀਤਾ ਜਾਂਦਾ, ਉਹਦੇ ਅੰਦਰ ਮਿਲਾਵਟ ਬਹੁਤ ਹੈ, ਉਹਦੇ ਅੰਦਰ ਘੱਟਾ ਮਿੱਟੀ ਤੇ ਹੋਰ ਪਤਾ ਨਹੀਂ ਕਿੰਨਾ ਕੁਝ ਰਲਿਆ ਹੋਇਆ। ਕਿਉਂਕਿ ਜਿੱਥੇ ਮਿਲਾਵਟ ਹੈ ਉਹ ਪ੍ਰਵਾਨ ਨਹੀਂ ਹੈ। ਜਿਹਦੇ ਵਿੱਚ ਦੁਬਦਾ ਹੈ, ਜਿਹਦੇ ਅੰਦਰ ਹੋਰ ਕਈ ਤਰ੍ਹਾਂ ਦੀਆਂ ਵਿਚਾਰਾਂ ਚੱਲਦੀਆਂ, ਉਹ ਮਾਲਕ ਵਾਹਿਗੁਰੂ ਦੇ ਦਰ ਤੇ, ਉਹਦੇ ਖਜ਼ਾਨੇ ਵਿੱਚ ਪ੍ਰਵਾਨ ਥੋੜ੍ਹੀ ਹੋਵੇਗਾ। ਤੇ ਮਹਾਰਾਜ ਕਹਿੰਦੇ ਪ੍ਰਵਾਨ ਗਣੇ ਸਈ ਉਹ ਆਏ ਸਫਲ ਤਿਨਾ ਕੇ ਕਾਮਾਂ। ਜਿਨ੍ਹਾਂ ਨੇ ਜੀਵਨ ਦੀ ਯਾਤਰਾ ਸਹੀ ਢੰਗ ਨਾਲ ਕੀਤੀ ਹੈ। ਇਹ ਵੀ ਤਾਂ ਇੱਕ ਤਰ੍ਹਾਂ ਦੀ ਯਾਤਰਾ ਹੈ ਨਾ। ਬੰਦਾ ਜਦੋਂ ਯਾਤਰਾ ਜਾਂਦਾ ਹੈ ਨਾ, ਉਸ ਵਕਤ ਤੁਰਨ ਤੋਂ ਪਹਿਲਾਂ ਇੱਕ ਵਿਅਕਤੀ ਸਾਰਿਆਂ ਨੂੰ ਸੰਬੋਧਨ ਹੋ ਕੇ ਕਹਿੰਦਾ ਵੀ ਸੱਜਣੋ, ਆਪਾਂ ਧਾਰਮਿਕ ਸਥਾਨਾਂ ਦੀ ਯਾਤਰਾ ਨੂੰ ਚੱਲੇ ਹਾਂ। ਤੇ ਇੱਕ ਗੱਲ ਦਾ ਧਿਆਨ ਰੱਖਣਾ ਵੀ ਜਦੋਂ ਯਾਤਰਾ ਜਾਈਏ, ਧਾਰਮਿਕ ਸਥਾਨਾਂ ਤੇ ਜਾਈਏ, ਤੇ ਮਨ ਵਿੱਚ ਮਨਸ਼ਾ ਚੰਗੀ ਰੱਖ ਕੇ ਜਾਣੀ ਚਾਹੀਦੀ ਤੇ ਸਹੀ ਨਜ਼ਰੀਏ ਨਾਲ ਜਾਣਾ ਚਾਹੀਦਾ ਹੈ। ਮਨ ਵਿੱਚ ਦੁਬਦਾ ਨਹੀਂ ਲੈ ਕੇ ਜਾਣੀ ਚਾਹੀਦੀ ਤੇ ਖੋਟਾ ਪਣ ਨਹੀਂ ਰੱਖ ਕੇ ਜਾਣਾ ਚਾਹੀਦਾ, ਤੇ ਵਧੀਆ ਢੰਗ ਨਾਲ ਯਾਤਰਾ ਕਰਨੀ ਚਾਹੀਦੀ ਹੈ। 10 ਦਿਨ 20 ਦਿਨ ਦੀ ਯਾਤਰਾ ਹੋਵੇਗੀ, ਬੰਦਾ ਬੜੇ ਆਰਾਮ ਦੇ ਨਾਲ ਹਰ ਪੱਖ ਤੋਂ, ਕਿਰਦਾਰ ਦੇ ਪੱਖ ਤੋਂ, ਬੋਲ ਚਾਲ ਦੇ ਪੱਖ ਤੋਂ, ਸਮਝਦਾਰੀ ਵਾਲੇ ਪੱਖ ਤੋਂ, ਸਮਾਜਿਕ ਪੱਖ ਤੋਂ, ਹਰ ਤਰ੍ਹਾਂ ਦੇ ਪੱਖਾਂ ਤੋਂ ਬੰਦਾ ਉਸ 20 ਦਿਨ ਦੇ ਵਿੱਚ ਬੜਾ ਆਪਣੇ ਆਪ ਨੂੰ ਬੈਲੈਂਸ ਦੇ ਵਿੱਚ ਰੱਖਦਾ ਹੈ ਕਿ ਮੈਂ ਗੁਰੂ ਦਰ ਤੇ ਪ੍ਰਵਾਨ ਹੋ ਜਾਵਾਂ ਜੇ ਮੈਂ ਇੱਥੇ ਯਾਤਰਾ ਕਰਨ ਵਾਸਤੇ ਆਇਆ। ਤੇ ਪਰ ਗੁਰੂ ਪਾਤਸ਼ਾਹ ਤੇ ਇਉਂ ਵੀ ਕਹਿੰਦੇ ਵੀ ਇਹ ਜਿਹੜਾ ਸੰਸਾਰ ਹੈ ਨਾ, ਜਿੰਨਾ ਕੁਝ ਤੂੰ ਦੇਖਦਾ ਇੱਥੇ, ਜਦੋਂ ਦਾ ਤੂੰ ਆਇਆ, ਜਦੋਂ ਜਨਮ ਹੋਇਆ, ਤੂੰ ਸਮਝ ਲੈ ਤੇਰੀ ਯਾਤਰਾ ਸ਼ੁਰੂ ਹੋ ਗਈ। ਤੂੰ ਯਾਤਰਾ ਕਰਨ ਵਾਸਤੇ ਆਇਆ। ਇਸ ਲੰਬੀ ਯਾਤਰਾ ਦੇ ਦੌਰਾਨ ਤੇਰੇ ਜੀਵਨ ਦੇ ਅੰਦਰ ਕਈ ਉਤਰਾਅ ਚੜਾਅ ਆਉਣਗੇ, ਕਈ ਤਰ੍ਹਾਂ ਦੇ ਦੁੱਖ ਸੁੱਖ, ਮੁਸ਼ਕਲਾਂ, ਚਿੰਤਾ, ਝੋਰੇ, ਫਿਕਰ, ਜ਼ਿੰਮੇਵਾਰੀਆਂ, ਘਾਟੇ ਵਾਧੇ, ਇਹ ਸਭ ਕੁਝ ਇਸ ਯਾਤਰਾ ਦੇ ਦੌਰਾਨ ਹੋਵੇਗਾ। ਪਰ ਇਸ ਯਾਤਰਾ ਦੇ ਦੌਰਾਨ ਤੂੰ ਆਪਣੇ ਆਪ ਨੂੰ ਬੈਲੈਂਸ ਵਿੱਚ ਰੱਖਣਾ ਹੈ। ਇਹ ਯਾਤਰਾ ਕਰਦਿਆਂ ਕਰਦਿਆਂ ਘਬਰਾਉਣਾ ਨਹੀਂ ਹੈ, ਸਗੋਂ ਇਹ ਮਨਸ਼ਾ ਰੱਖ ਕੇ ਆਉਣੀ ਹੈ, ਮੈਂ ਉਹਦੇ ਦਰ ਤੇ ਪ੍ਰਵਾਨ ਹੋਣਾ ਹੈ। ਇਹ ਜਿਹੜਾ ਸਫ਼ਰ ਹੈ ਨਾ, ਇਹ ਸਫ਼ਰ ਕਰਦਿਆਂ ਘਬਰਾਉਣਾ ਨਹੀਂ ਹੈ। ਇਹ ਸਫ਼ਰ ਕਰਦਿਆਂ ਕਰਦਿਆਂ ਮਨਸ਼ਾ ਇਹ ਹੋਵੇ ਵੀ ਸੱਚਾ ਪਾਤਸ਼ਾਹ ਮੇਰੀ ਯਾਤਰਾ ਸਫਲ ਹੋ ਜਾਵੇ, ਸੰਸਾਰ ਦੇ ਅੰਦਰ ਆਇਆ ਸਫਲ ਹੋ ਜਾਵੇ, ਮੈਂ ਤੇਰੇ ਉਸ ਖਜ਼ਾਨੇ ਦੇ ਵਿੱਚ ਪੈਣ ਦੇ ਯੋਗ ਹੋ ਜਾਵਾਂ ਜਿਵੇਂ ਉਹ ਸਿੱਕੇ ਤੇਰੇ ਖਜ਼ਾਨੇ ਵਿੱਚ ਪੈਂਦੇ ਨੇ ਜਿਨ੍ਹਾਂ ਦੇ ਅੰਦਰ ਗੁਣ ਨੇ। ਸਰਕਾਰੀ ਖਜ਼ਾਨਿਆਂ 'ਚ ਉਹੀਓ ਸਿੱਕੇ ਪ੍ਰਵਾਨ ਹੁੰਦੇ ਨੇ ਜਿਨ੍ਹਾਂ ਅੰਦਰ ਸੋਨੇ ਦੀ ਮਿਕਦਾਰ ਹੋਵੇ। ਸੱਚਾ ਪਾਤਸ਼ਾਹ ਮੈਂ ਤੇਰੇ ਦਰ ਤੇ, ਤੇਰੇ ਖਜ਼ਾਨੇ ਦੇ ਵਿੱਚ ਤਾਂ ਪ੍ਰਵਾਨ ਹੋਵਾਂਗਾ ਜੇ ਮੇਰੇ ਜੀਵਨ ਵਿੱਚ ਗੁਣਾ ਰੂਪ ਮਿਕਦਾਰ ਹੋਵੇਗੀ। ਪਰ ਇੱਥੇ ਕਰਮ ਹੋਰ ਹੈ ਤੇ ਮਨਸ਼ਾ ਹੋਰ ਹੈ। ਗੁਰੂ ਪਾਤਸ਼ਾਹ ਨੇ ਬਾਣੀ ਅੰਦਰ ਬਚਨ ਕੀਤਾ ਹੈ, ਜੇ ਵੇਹੇ ਕਰਮ ਕਮਾਵੰਦਾ ਤੇ ਵੇਹੇ ਫਲ ਤੇ।
ਵੀ ਮਨੁੱਖ ਜਿਹੋ ਜਿਹੇ ਕਰਮ ਕਰਦਾ ਤੂੰ ਫਲ ਵੀ ਉਹੋ ਜਿਹੇ ਹੀ ਰਹੇ ਨੇ। ਬੰਦਾ ਸਫ਼ਰ ਚੜ੍ਹਦੇ ਵੱਲ ਨੂੰ ਕਰੇ ਤੇ ਇੱਛਾ ਰੱਖੇ ਵੀ ਮੈਂ ਤਾਂ ਲਹਿੰਦੇ ਵੱਲ ਪਹੁੰਚਣਾ ਹੈ, ਇੱਦਾਂ ਕਿਵੇਂ ਹੋਵੇਗਾ? ਇੱਛਾ ਬੰਦੇ ਦੀ ਹੋਵੇ ਕਿ ਮੈਂ ਜਾਣਾ ਪੂਰਬ ਵੱਲ ਨੂੰ ਹੈ ਤੇ ਯਾਤਰਾ ਪੱਛਮ ਦੀ ਕਰ ਰਿਹਾ ਹੋਵੇ ਤੇ ਪੂਰਬ ਵੱਲ ਕਿਵੇਂ ਪਹੁੰਚੇਗਾ? ਇੱਛਾ ਹੋਵੇ ਬੰਦੇ ਦੀ ਮੈਂ ਚਾਨਣ ਵਿੱਚ ਰਹਿਣਾ ਹੈ ਤੇ ਬੰਦਾ ਭੋਰਾ ਪੁੱਟ ਕੇ ਤੇ ਦਰਵਾਜ਼ੇ ਬੰਦ ਕਰਕੇ ਤੇ ਦੁਨੀਆ ਤੋਂ ਵੱਖਰਾ ਰਹਿਣ ਦੀ ਕੋਸ਼ਿਸ਼ ਕਰੇ, ਚਾਨਣ ਕਿਵੇਂ ਦਿਸੇਗਾ? ਹਨੇਰੇ ਦੀ ਮਾਰੋ ਮਾਰ ਹੋਵੇਗੀ, ਹਨੇਰਾ ਕਿਧਰੇ ਵੀ ਚਾਨਣ ਨੂੰ ਲਾਗੇ ਨਹੀਂ ਆਉਣ ਦੇਵੇਗਾ, ਕਿਉਂਕਿ ਬੰਦੇ ਦੀ ਮਨਸ਼ਾ ਕੁਝ ਹੋਰ ਹੈ ਤੇ ਕਰਮ ਕੁਝ ਹੋਰ ਹੈ। ਮਨਸ਼ਾ ਹੈ ਮੈਂ ਧਰਮੀ ਦਿਸ ਪਵਾਂ, ਧਰਮੀ ਬਣ ਜਾਵਾਂ। ਮਨਸ਼ਾ ਹੈ ਮੈਂ ਧਰਮੀ ਲੋਕਾਂ ਵਿੱਚ ਦਿਸਾਂ, ਪਰ ਕਰਮ ਧਰਮੀਆਂ ਵਾਲਾ ਥੋੜ੍ਹੀ ਹੈ। ਆਰੰਭ ਗੱਲ ਇੱਥੋਂ ਆਉਂਦੀ ਵੀ ਜੇ ਤੇਰਾ ਕਰਮ ਵੀ ਉਹੋ ਜਿਹਾ ਹੋਵੇ ਜਿਹੋ ਜਿਹੀ ਮਨਸ਼ਾ ਰੱਖਦਾ ਹੈ ਤੂੰ, ਪਰ ਜਦੋਂ ਬੰਦਾ ਉਸ ਖੇਤਰ ਵਿੱਚ ਜਾਂਦਾ ਨਾ, ਜਿਹੜਾ ਖੇਤਰ ਇਹਦੇ ਜੀਵਨ ਨਾਲ ਕੋਈ ਸੰਬੰਧ ਨਹੀਂ ਰੱਖਦਾ, ਜਦੋਂ ਉਸ ਫੀਲਡ ਵਿੱਚ ਵਿਚਰਦਾ ਹੈ, ਉਹ ਫੀਲਡ ਕਿਹੜਾ ਹੈ? ਜਿੱਥੇ ਲੋਕ ਧੋਖੇਬਾਜ਼, ਜਿੱਥੇ ਲੋਕ ਵਿਸ਼ੇ ਵਿਕਾਰੀ ਵਿਚਾਰੀ ਬਿਰਤੀ ਵਾਲੇ ਹੋਣ, ਉੱਥੇ ਬੰਦੇ ਦੀ ਮਨਸ਼ਾ ਵੀ ਉਹ ਹੁੰਦੀ ਹੈ ਤੇ ਕਰਮ ਵੀ ਉਹੀ ਹੁੰਦਾ ਹੈ। ਧਰਮ ਦੀ ਦੁਨੀਆ ਵਿੱਚ ਬੰਦੇ ਦੀ ਮਨਸ਼ਾ ਕੁਝ ਹੋਰ ਹੁੰਦੀ ਹੈ ਤੇ ਕਰਮ ਕੁਝ ਹੋਰ ਹੁੰਦਾ ਹੈ। ਜੇ ਮਨਸ਼ਾ ਹੈ ਵੀ ਮੈਂ ਦੁਨੀਆ ਦੇ ਵਿੱਚ ਸੰਸਾਰ ਦੇ ਵਿੱਚ ਰਹਿੰਦਿਆਂ ਚੰਗਾ ਜੀਵਨ ਜਿਉਣਾ ਹੈ, ਫਿਰ ਤੇ ਕਰਮ ਵੀ ਉਹੋ ਜਿਹੇ ਕਰਨੇ ਪੈਣਗੇ ਨਾ। ਇੱਥੇ ਭੇਖ ਨਹੀਂ, ਇੱਥੇ ਤਾਂ ਅਸਲੀਅਤ ਨੂੰ ਪ੍ਰਵਾਨ ਕੀਤਾ, ਇੱਥੇ ਤਾਂ ਅੰਤਰ ਆਤਮੇ ਨੂੰ ਪਰਖਿਆ ਜਾਂਦਾ ਹੈ, ਇੱਥੇ ਤਾਂ ਸ਼ਬਦ ਦੀ ਕਸਵੱਟੀ ਲੱਗਦੀ ਹੈ। ਤੇ ਮਹਾਰਾਜ ਕਹਿੰਦੇ ਜਿਹੜਾ ਕਸਵੱਟੀ ਤੇ ਖਰਾ ਉਤਰ ਗਿਆ ਅਸਲ ਵਿੱਚ ਉਹੀਓ ਪ੍ਰਵਾਨ ਹੁੰਦਾ ਹੈ। ਦੂਜੇ ਨੂੰ ਤਾਂ ਇਹ ਬਚਨ ਆਖਿਆ ਖੋਟੇ ਸੱਟੀਏ ਵਾਰ-ਵਾਰ, ਖੋਟਿਆਂ ਦੀ ਤਾਂ ਕੀਮਤ ਨਹੀਂ ਪੈਂਦੀ, ਖੋਟਿਆਂ ਨੂੰ ਤੇ ਪ੍ਰਵਾਨ ਨਹੀਂ ਕੀਤਾ ਜਾਂਦਾ। ਤੁਸੀਂ ਖੋਟਾ ਸਿੱਕਾ ਛੋਟੇ ਜਿਹੇ ਬੱਚੇ ਦੇ ਹੱਥ ਵਿੱਚ ਪਕੜਾ ਕੇ ਉਹਨੂੰ ਕਹੋ ਜਾ ਦੁਕਾਨ ਤੋਂ ਕੋਈ ਖਾਣ ਵਾਸਤੇ ਚੀਜ਼ੀ ਲੈ ਆ, ਉਹ ਬੱਚਾ ਵੀ ਚਲਾ ਕੇ ਮਾਰੇਗਾ ਵੀ ਇਹ ਥੋੜ੍ਹੀ ਚੱਲੇਗਾ। ਨਕਲੀ ਕਾਗਜ਼ ਦਾ ਨੋਟ ਬੱਚੇ ਦੇ ਹੱਥ ਵਿੱਚ ਦੇ ਦਿਓ ਵੀ ਆ ਲੈ ਬੇਟਾ ਤੂੰ ਸਕੂਲ ਚੱਲਿਆ ਕੁਝ ਖਾਣ ਵਾਸਤੇ, ਉੱਥੇ ਤੂੰ ਖਾ ਪੀ ਲਵੇਂ, ਤੇਰੇ ਖਾਣ ਵਾਸਤੇ ਪੈਸੇ ਦਿੱਤੇ ਨੇ। ਬੱਚਾ ਚਲਾ ਕੇ ਮਾਰੇਗਾ ਉਸ ਨਕਲੀ ਨੋਟ ਨੂੰ, ਇਹ ਥੋੜੀ ਪ੍ਰਵਾਨ ਹੋਵੇਗਾ, ਇਹ ਥੋੜੀ ਚੱਲੇਗਾ, ਇਹ ਤਾਂ ਹੈ ਹੀ ਨਕਲੀ ਹੈ, ਇਹਦੀ ਤਾਂ ਫੋਟੋ ਸੇਮ ਉਸ ਨੋਟ ਵਰਗੀ ਬਣੀ ਹੈ ਜਿਹੜਾ ਅਸਲੀ ਹੁੰਦਾ ਹੈ, ਪਰ ਇਹ ਚੱਲੇਗਾ ਨਹੀਂ। ਦੁਨੀਆ ਦੇ ਅੰਦਰ ਨਕਲ ਜਿਹੜੀ ਹੈ ਉਹਨੂੰ ਬੰਦਾ ਪ੍ਰਮੋਟ ਵੀ ਬੜਾ ਕਰਦਾ ਹੈ, ਬੜਾ ਪ੍ਰਮੋਟ ਕਰਦਾ ਹੈ, ਸਭ ਤੋਂ ਵੱਧ ਬੰਦਾ ਨਕਲ ਨੂੰ ਪ੍ਰਮੋਟ ਕਰਦਾ ਹੈ ਤੇ ਇਹਨੂੰ ਪਤਾ ਵੀ ਹੈ ਕਿ ਨਕਲ ਚੱਲਦੀ ਨਹੀਂ, ਨਕਲ ਨੂੰ ਤਾਂ ਕੋਈ ਪ੍ਰਵਾਨ ਨਹੀਂ ਕਰਦਾ। ਸਤਿਗੁਰੂ ਸੱਚਾ ਪਾਤਸ਼ਾਹ ਮਹਾਰਾਜ ਕਹਿੰਦੇ ਮਨਸ਼ਾ ਰੱਖ ਕੇ ਜਿਉਣ ਵਾਲਿਆ ਤੇਰਾ ਕਰਮ ਵੀ ਅਸਲੀ ਹੋਵੇ। ਜੇ ਤੇਰੀ ਮਨਸ਼ਾ ਅਸਲੀ ਹੈ ਨਾ ਤੇ ਕਰਮ ਵੀ ਅਸਲੀ ਹੋਵੇ। ਜੇ ਤੇਰਾ ਕਰਮ ਅਸਲੀ ਹੈ, ਜੇ ਤੂੰ ਧਰਮ ਦਾ ਕੰਮ ਕਰ ਰਿਹਾ ਤੇ ਉੱਥੇ ਮਨਸ਼ਾ ਵੀ ਤੇਰੀ ਧਰਮੀ ਹੋਣੀ ਚਾਹੀਦੀ ਹੈ। ਕਈ ਵਾਰ ਬੰਦਾ ਧਰਮ ਦਾ ਕੰਮ ਤਾਂ ਕਰਦਾ ਹੈ ਪਰ ਮਨਸ਼ਾ ਧਰਮੀ ਨਹੀਂ ਹੁੰਦੀ, ਮਨਸ਼ਾ ਹੁੰਦੀ ਹੈ ਲੋਕ ਮੈਨੂੰ ਵੇਖਣ, ਲੋਕ ਮੈਨੂੰ ਕਹਿਣ ਵੀ ਇਹ ਵਾਕਿਆ ਹੀ ਧਰਮ ਦਾ ਕੰਮ ਕਰਦਾ, ਉੱਥੇ ਮਨਸ਼ਾ ਆ ਹੁੰਦੀ ਹੈ। ਚੁਰਾਹਿਆਂ ਦੇ ਵਿੱਚ ਰੋਕ ਰੋਕ ਕੇ ਲੋਕਾਂ ਨੂੰ ਪਾਣੀ ਪਿਲਾ ਦੇਣਾ ਕੰਮ ਤਾਂ ਚੰਗਾ ਹੈ, ਪਰ ਮਨਸ਼ਾ ਇਹ ਹੁੰਦੀ ਵੀ ਲੋਕ ਕਹਿਣ ਵੀ ਇਹਨਾਂ ਨੇ ਕਮਾਲ ਕਰ ਦਿੱਤੀ ਹੈ, ਮਨਸ਼ਾ ਆ ਹੈ। ਉਹੀਓ ਲੋਕ ਤੁਸੀਂ ਘਰ ਵਿੱਚ ਵੇਖੋਗੇ ਆਪਣਾ ਪਾਣੀ ਦਾ ਗਲਾਸ ਫੜ ਕੇ ਪੀਣ ਲਈ ਤਿਆਰ ਨਹੀਂ, ਰੋਬ ਮਾਰਦੇ ਨਜ਼ਰ ਆਉਣਗੇ। ਉਹੀਓ ਲੋਕ ਘਰ ਵਿੱਚ ਬਜ਼ੁਰਗਾਂ ਨੂੰ ਪਾਣੀ ਦਾ ਗਲਾਸ ਦੇਣ ਲਈ ਤਿਆਰ ਨਹੀਂ ਜਿਹੜੇ ਚੁਰਾਹਿਆਂ ਨੂੰ ਮੱਲ ਮੱਲ ਕੇ ਲੋਕਾਂ ਨੂੰ ਪਾਣੀ ਪਿਲਾਉਂਦੇ ਨੇ। ਇਹਦਾ ਅਰਥ ਬੰਦੇ ਦੇ ਮਨ ਦੀ ਮਨਸ਼ਾ ਕੁਝ ਹੋਰ ਹੈ ਤੇ ਕਰਮ ਕੁਝ ਹੋਰ ਹੈ। ਜਦੋਂ ਕਰਮ ਤੇ ਮਨਸ਼ਾ ਦਾ ਸੁਮੇਲ ਹੁੰਦਾ ਹੈ ਨਾ, ਉਦੋਂ ਅਸੀਂ ਸਹੀ ਮਾਰਗ ਤੇ ਤੁਰਦੇ ਹਾਂ। ਸਾਡਾ ਕਰਮ ਵੀ ਉਹੀ ਹੋਵੇ ਤੇ ਮਨਸ਼ਾ ਵੀ ਉਹੀ ਹੋਵੇ। ਸ਼ੇਖ ਫਰੀਦ ਸਾਹਿਬ ਜੀ ਨੇ ਅੱਜ ਦੇ ਇਸ ਪਾਵਨ ਸ਼ਲੋਕ ਦੇ ਵਿੱਚ ਜਿਹੜੀ ਗੱਲ ਦਰਸਾਈ ਹੈ ਸਾਡੇ ਸਾਹਮਣੇ, ਉਹ ਇਹ ਹੈ, ਕਹਿੰਦੇ ਲੋੜੈਂ ਦਾਖ ਬਿਜੌਰੀਆਂ, ਬਿਜੌਰ ਦਾ ਇਲਾਕਾ ਪਠਾਣੀ ਦੇਸ਼ ਤੋਂ ਪਰੇ, ਪਠਾਣਾ ਦੇ ਮੁਲਕ ਵਿੱਚ ਇਹ ਬਿਜੌਰ ਦਾ ਇਲਾਕਾ ਪੈਂਦਾ ਹੈ। ਇਸ ਇਲਾਕੇ ਦੀਆਂ ਦਾਖਾਂ ਬੜੀਆਂ ਮਸ਼ਹੂਰ ਨੇ। ਛੋਟੀ ਕਿਸਮ ਦਾ ਇੱਕ ਅੰਗੂਰ ਜਿਹਨੂੰ ਦਾਖ ਕਹਿ ਦਿੰਦੇ ਆਪਾਂ,
ਤੇ ਸ਼ੇਖ ਫਰੀਦ ਸਾਹਿਬ ਜੀ ਨੇ ਉਸ ਇਲਾਕੇ ਦੇ ਇਸ ਕੀਮਤੀ ਫਲ ਦੀ ਉਦਾਹਰਣ ਦਿੱਤੀ ਹੈ ਬਾਣੀ ਵਿੱਚ। ਕਹਿੰਦੇ ਵੀ ਇੱਕ ਕਿਸਾਨ ਜਿਹੜਾ ਆਪਣੀ ਜ਼ਮੀਨ ਨੂੰ ਵਾਹ ਕੇ ਤੇ ਉਹਦੇ ਵਿੱਚ ਕਿੱਕਰਾਂ ਦੇ ਬੀਜ ਪਾ ਦੇਵੇ ਤੇ ਆਸ ਰੱਖੇ ਕਿ ਮੈਂ ਇਸ ਜ਼ਮੀਨ ਦੇ ਵਿੱਚੋਂ ਉਹਨਾਂ ਬਿਜੌਰ ਦੇ ਇਲਾਕੇ ਦੀਆਂ ਕੀਮਤੀ ਦਾਖਾਂ ਪ੍ਰਾਪਤ ਕਰਾਂਗਾ, ਕਹਿੰਦੇ ਕਦਾਚਿਤ ਨਹੀਂ ਹੋ ਸਕਦਾ। ਪਰ ਬੰਦਾ ਮਨਸ਼ਾ ਇਹੋ ਹੀ ਰੱਖ ਕੇ ਬੈਠਾ ਹੈ। ਕਰਮ ਕੀ ਕੀਤਾ ਹੈ? ਕਿੱਕਰਾਂ ਦੇ ਬੀਜ ਲਏ ਨੇ, ਬੀਜੀਆਂ ਕਿੱਕਰੀਆਂ ਨੇ, ਕਿੱਕਰਾਂ ਬੀਜੀਆਂ ਨੇ। ਹੁਣ ਕਿੱਕਰਾਂ ਨੂੰ ਤਾਂ ਕੰਡੇ ਲੱਗਣਗੇ, ਕਿੱਕਰਾਂ ਨੂੰ ਤਾਂ ਫਲ ਨਹੀਂ ਲੱਗਣੇ। ਉਹਨਾਂ ਕੰਡਿਆਂ ਤੋਂ ਦੁੱਖ ਪ੍ਰਾਪਤ ਹੋਵੇਗਾ, ਉਹਨਾਂ ਤੋਂ ਕੋਈ ਰਸਦਾਰ ਫਲ ਨਹੀਂ ਮਿਲੇਗਾ। ਬੰਦੇ ਨੇ ਕਰਮ ਕੀਤਾ ਵੀ ਉਹ ਕਿੱਕਰਾਂ ਬੀਜ ਕੇ ਤੇ ਆਪਣੇ ਆਪ ਨੂੰ ਦੁੱਖ ਦੇਣ ਵਾਲੇ ਕੰਡੇ ਆਪ ਤਿਆਰ ਕਰ ਬੈਠਾ ਹੈ। ਤੇ ਆਸ ਕਿਹੜੀ ਰੱਖ ਕੇ ਬੈਠਾ? ਬਜ਼ੌਰ ਦੇ ਇਲਾਕੇ ਦੀਆਂ ਦਾਖਾਂ ਦੀ। ਫਰੀਦਾ ਲੋੜੈ ਦਾਖ ਬਿਜੌਰੀਆਂ, ਕਿੱਕਰ ਬੀਜੈ ਜੱਟ। ਕਹਿੰਦੇ ਇਸ ਕਿਸਾਨ ਨੇ, ਇਸ ਜੱਟ ਨੇ ਆਪਣੀ ਜ਼ਮੀਨ ਵਿੱਚ ਬੀਜੀਆਂ ਕੀ ਨੇ? ਕਿੱਕਰਾਂ। ਆਸ ਕਿਹੜੀ ਰੱਖ ਕੇ ਬੈਠਾ? ਬਜ਼ੌਰ ਦੇ ਇਲਾਕੇ ਦੀਆਂ ਦਾਖਾਂ ਦੀ। ਫਰੀਦਾ ਲੋੜੈ ਦਾਖ ਬਿਜੌਰੀਆਂ, ਕਿੱਕਰ ਬੀਜੈ ਜੱਟ। ਹੰਡੈ ਉੱਨ ਕਤਾਏ ਦਾ। ਕਹਿੰਦੇ ਸਾਰੀ ਜ਼ਿੰਦਗੀ ਉੱਨ ਕੱਤਦਾ ਰਿਹਾ, ਸਾਰੀ ਜ਼ਿੰਦਗੀ ਉੱਨ ਕੱਤਦਾ ਰਿਹਾ ਹੈ। ਤੇ ਆਸ ਕਿਹੜੀ ਰੱਖਦਾ ਹੈ? ਰੇਸ਼ਮੀ ਕੱਪੜਿਆਂ ਦੀ। ਪਹਿੰਦਾ ਲੋੜ ਹੈ ਪੱਟ। ਆਸ ਰੱਖਦਾ ਹੈ ਰੇਸ਼ਮ ਦੇ ਕੱਪੜਿਆਂ ਦੀ। ਤੇ ਕਰਦਾ ਕੀ ਹੈ? ਉੱਨ ਕੱਤਦਾ ਰਿਹਾ ਸਾਰੀ ਜ਼ਿੰਦਗੀ, ਸਾਰੀ ਜ਼ਿੰਦਗੀ ਉੱਨ ਕੱਤੀ ਇਹਨੇ। ਇਹਦਾ ਹੁਣ ਭਾਵ-ਅਰਥ ਜ਼ਰਾ ਧਿਆਨ ਨਾਲ ਸਮਝਣਾ। ਜਿਹਨੂੰ ਫਰੀਦ ਸਾਹਿਬ ਜੀ ਨੇ ਆਖਿਆ ਨਾ ਵੀ ਇਹਨੇ ਆਪਣੀ ਜ਼ਮੀਨ ਦੇ ਵਿੱਚ, ਆਪਣੀ ਭੂਮੀ ਦੇ ਵਿੱਚ ਬੀਜ ਪਾਇਆ ਕਿੱਕਰਾਂ ਦਾ। ਇਹ ਸਾਡੀ ਹਿਰਦੇ ਦੀ ਜ਼ਮੀਨ ਹੈ, ਇਹਦੇ ਵਿੱਚ ਅਸੀਂ ਚੰਗੇ ਗੁਣਾਂ ਦਾ ਬੀਜ ਪਾਉਣਾ ਸੀ, ਚੰਗੇ ਗੁਣਾਂ ਦਾ। ਪਰ ਬੰਦੇ ਨੇ ਅਵਗੁਣਾਂ ਦਾ ਬੀਜ ਪਾਇਆ, ਜਿਹਨੂੰ ਕਿੱਕਰ ਬੀਜੈ ਜੱਟ ਆਖਿਆ। ਮਨੁੱਖ ਨੇ ਆਪਣੇ ਹਿਰਦੇ ਦੀ ਸਰ ਜ਼ਮੀਨ ਦੇ ਵਿੱਚ ਪਾਇਆ ਕੀ ਹੈ? ਕਿੱਕਰਾਂ ਦਾ ਬੀਜ। ਭਾਵ ਪਾਪ ਇਕੱਠੇ ਕੀਤੇ, ਅਵਗੁਣ ਇਕੱਠੇ ਕੀਤੇ ਨੇ। ਤੇ ਹੁਣ ਭਾਲਦਾ ਕੀ ਹੈ? ਸਵਰਗ ਭਾਲਦਾ। ਕਹਿੰਦਾ ਜੀਵਨ 'ਚ ਸਵਰਗ ਮਿਲਣਾ ਚਾਹੀਦਾ ਹੈ। ਦੇਖੋ ਕਰਮ ਕੀ ਹੈ ਤੇ ਮਨਸ਼ਾ ਕੀ ਹੈ। ਬੰਦਾ ਕਰਦਾ ਪਾਪ ਹੈ ਤੇ ਮਨਸ਼ਾ ਰੱਖਦਾ ਵੀ ਮੇਰਾ ਜੀਵਨ ਸਵਰਗ ਬਣ ਜਾਵੇ, ਮੈਨੂੰ ਸਵਰਗ ਮਿਲ ਜਾਵੇ, ਮੈਂ ਸਵਰਗੀ ਜੀਵਨ ਜੀਵਾਂ। ਮਨਸ਼ਾ ਇਹ ਹੈ। ਪਰ ਕਰਮ ਕਿਹੜਾ? ਪਾਪੀਆਂ ਵਾਲਾ। ਪਾਪ ਕਰਦਾ ਹੈ। ਬਿਰਤੀ ਕਿਹੜੀ ਹੈ? ਮਲੀਨ ਬਿਰਤੀ ਹੈ। ਇਸ ਬਿਰਤੀ ਦੇ ਵਿੱਚ ਕੀ ਹੈ? ਦੁਸ਼ਟਤਾਈ ਹੈ ਬਿਰਤੀ ਦੇ ਵਿੱਚ। ਇਸ ਬਿਰਤੀ ਦੇ ਵਿੱਚ ਇੰਨਾ ਕੁਝ ਭਰਿਆ ਹੋਇਆ ਹੈ। ਆਪਾਂ ਤਾਂ ਬੀਜ ਪਾਉਣਾ ਸੀ ਉਸ ਪਰਮਾਤਮਾ ਵਾਹਿਗੁਰੂ ਦੇ ਨਾਮ ਦਾ, ਜਿਹਨੂੰ ਮਹਾਰਾਜ ਦੀ ਬਾਣੀ ਨੇ ਆਖਿਆ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਨਿਮਰਤਾ ਦੇ ਵਿੱਚ ਰਹਿ, ਸੰਤੋਖ ਜੀਵਨ ਵਿੱਚ ਪੈਦਾ ਕਰ ਤੇ ਨਾਮ ਦਾ ਬੀਜ ਪਾ। ਫੇਰ ਜਾ ਕੇ ਤੈਨੂੰ ਬਜ਼ੌਰ ਦੇ ਇਲਾਕੇ ਦੀਆਂ ਦਾਖਾਂ, ਭਾਵ ਤੈਨੂੰ ਸਵਰਗੀ ਜੀਵਨ ਮਿਲੇਗਾ ਤੇ ਨਾਮ ਦਾ ਰਸ ਆਵੇਗਾ। ਪਰ ਲੋੜਦਾ ਤੂੰ ਕੁਝ ਹੋਰ ਚੀਜ਼ ਹੈ, ਕਰਮ ਕੋਈ ਹੋਰ ਕਰਦਾ ਹੈ, ਬੀਜ ਕਿੱਕਰਾਂ ਰਿਹਾ ਹੈ, ਮੰਗ ਦਾਖਾਂ ਰਿਹਾ ਹੈ। ਸਤਿਗੁਰੂ ਕਹਿੰਦੇ ਨਹੀਂ ਨਹੀਂ, ਅਸਲ ਤਾਂ ਤੂੰ ਜੀਵਨ ਖੋਟਾ ਜੀਵ ਲਿਆ। ਸਾਰਾ ਜੀਵਨ ਇਸ ਹਿਰਦੇ ਦੀ ਜ਼ਮੀਨ ਤੇ ਤੂੰ ਪਾਪ ਇਕੱਠੇ ਕੀਤੇ ਨੇ, ਕੋਈ ਕਰਮ ਕੀਤੇ ਨੇ, ਦੁਸ਼ਕਰਮ ਕੀਤੇ ਨੇ। ਤੂੰ ਤਾਂ ਪੁੰਨ ਦਾ ਕੋਈ ਕੰਮ ਹੀ ਨਹੀਂ ਕੀਤਾ, ਧਰਮ ਦਾ ਤਾਂ ਤੂੰ ਕੰਮ ਹੀ ਕੋਈ ਨਹੀਂ ਕੀਤਾ। ਬਿਰਤੀ ਦੇ ਵਿੱਚ ਧਰਮ ਤਾਂ ਆਇਆ ਕੋਈ ਨਹੀਂ। ਨਾਲ ਨਾਲ ਤੂੰ ਇਹ ਪਾਪ ਕਰਮ ਕਰਦਾ ਰਿਓ, ਨਾਲ ਨਾਲ ਤੂੰ ਦਿਖਾਵਾ ਕਰਦਾ ਰਿਓ। ਮਨਸ਼ਾ ਕੁਝ ਹੋਰ ਰਹੀ ਤੇ ਕਰਮ ਕੁਝ ਹੋਰ ਰਿਹਾ। ਇਹਨਾਂ ਦਿਖਾਵਿਆਂ ਨੇ ਤੈਨੂੰ ਭੁਲੇਖੇ ਵਿੱਚ ਰੱਖਿਆ। ਤੇਰੇ ਦਿਖਾਵੇ ਨੂੰ ਵੇਖ ਕੇ ਲੋਕ ਕਹਿੰਦੇ ਸੀ ਵੀ ਇਹ ਤਾਂ ਬੰਦਾ ਹੀ ਅੰਮ੍ਰਿਤ ਧਾਰੀ ਹੈ, ਇਹ ਤੇ ਬੰਦਾ ਹੀ ਬੜਾ ਨੇਕ ਹੈ, ਬੜਾ ਬੰਦਾ ਧਰਮੀ ਹੈ। ਤੇਰੇ ਗਲ ਵਿੱਚ ਪਾਈ ਹੋਈ ਮਾਲਾ ਤੇ ਤੇਰੇ ਲਿਬਾਸ ਨੂੰ ਵੇਖ ਕੇ ਲੋਕ ਕਹਿੰਦੇ ਸੀ ਇਹ ਤਾਂ ਪੁਜਾਰੀ ਹੈ। ਪਰ ਤੂੰ ਪੁਜਾਰੀ ਨਹੀਂ, ਤੂੰ ਤਾਂ ਕਿਤੇ ਨਾ ਕਿਤੇ ਆਪਣੇ ਨਿੱਜੀ ਸਵਾਰਥ ਦੇ ਵਾਸਤੇ ਪੁਜਾਰੀ ਬਣਿਆ ਹੈ। ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਵਾਸਤੇ ਤੂੰ ਧਰਮੀ ਬਣਿਆ ਹੈ। ਸਮਾਜ ਦੇ ਵਿੱਚ, ਸਾਡੀ ਕੌਮ ਦੇ ਵਿੱਚ ਤੁਸੀਂ ਝਾਤ ਮਾਰ ਕੇ ਵੇਖਿਓ, 25 ਤੋਂ 30%, ਬਹੁਤ ਘੱਟ ਕਹਿ ਰਿਹਾ ਮੈਂ, 25 ਤੋਂ 30% ਲੋਕ ਉਹੀ ਨੇ ਜਿਨ੍ਹਾਂ ਨੂੰ
ਉਹਨਾਂ ਦੀਆਂ ਪਤਨੀਆਂ ਨੇ ਪ੍ਰੇਰਨਾ ਦੇ ਕੇ ਖੰਡੇ ਬਾਟੇ ਦੀ ਪੌਲ ਦਵਾ ਦਿੱਤੀ ਹੈ ਤਾਂ ਕਿ ਇਹ ਸ਼ਰਾਬ ਤਾਂ ਛੱਡ ਦੇਣਗੇ ਨਾ। ਹੁਣ ਮਨਸ਼ਾ ਕੀ ਹੈ? ਅੰਮ੍ਰਿਤ ਤਾਂ ਛਕਣਾ ਵੀ ਸ਼ਰਾਬ ਛੱਡਣੀ ਹੈ। ਭਾਵੇਂ ਕਿ ਚੰਗੀ ਗੱਲ ਹੈ, ਖੰਡੇ ਬਾਟੇ ਦੀ ਪੌਲ ਲੈਣ ਵਾਲੇ ਨੂੰ ਤਾਂ ਨਸ਼ੇ ਤਿਆਗਣੇ ਹੀ ਪੈਣਗੇ, ਪਰ ਮਨਸ਼ਾ ਕੀ ਕੰਮ ਕਰਦੀ ਹੈ ਵੀ ਇਹਨੂੰ ਕਹਿ ਕੇ ਬਾਬਿਆਂ ਨੂੰ ਅੰਮ੍ਰਿਤ ਛਕਾ ਦਿਓ ਤਾਂ ਕਿ ਸ਼ਰਾਬ ਛੱਡ ਜੂਗਾ। ਖੰਡੇ ਬਾਟੇ ਦੀ ਪੌਲ ਤਾਂ ਇਸ ਕਰਕੇ ਲੈਣੀ ਸੀ, ਜੀਵਨ ਨੂੰ ਅੰਮ੍ਰਿਤਮਈ ਬਣਾਉਣਾ ਹੈ। ਜੀਵਨ ਦਾ ਨਿਸ਼ਾਨਾ ਇਹ ਹੋਵੇ ਆਪਣੇ ਨਿਜ ਸਵਾਰਥ ਤੋਂ ਉੱਠ ਕੇ ਪਰਮਾਰਥ ਦੇ ਰਸਤੇ ਵੱਲ ਨੂੰ ਤੁਰਨਾ ਹੈ। ਇਹ ਪਰਮਾਰਥ ਦੇ ਰਸਤੇ ਦਾ ਇੱਕ ਸਰਟੀਫਿਕੇਟ ਹੈ ਸਾਡੇ ਕੋਲ, ਪਰ ਸਾਡੇ ਲੋਕਾਂ ਨੇ ਤਾਂ ਇਹਨੂੰ ਇੱਕ ਦਵਾਈ ਬੂਟੀ ਬਣਾ ਲਿਆ ਵੀ ਇੱਧਰੋਂ ਚੁੱਕ ਕੇ 2 ਬਾਟੇ ਦੇ ਵਿੱਚੋਂ ਘੁੱਟ ਪਿਆ ਦਿਓ ਤੇ ਇਹ ਨਸ਼ਾ ਛੱਡ ਜੇਗਾ। ਮਾਫ ਕਰਨਾ, ਇਦਾਂ ਦਾ ਕੁਝ ਨਹੀਂ। ਸਾਨੂੰ ਮਨ ਕਰਕੇ ਤੇ ਸੁਰਤ ਕਰਕੇ ਹਿਰਦੇ ਕਰਕੇ ਤਿਆਰ ਹੋਣਾ ਪਵੇਗਾ। ਜਦੋਂ ਅਸੀਂ ਹਿਰਦੇ ਕਰਕੇ ਤਿਆਰ ਹੋਵਾਂਗੇ ਫਿਰ ਸਾਨੂੰ ਉਸ ਪਰਿਪੂਰਨ ਪਰਮਾਤਮਾ ਤੱਕ ਪਹੁੰਚਣਾ ਆਸਾਨ ਹੋਵੇਗਾ, ਭਾਵ ਉਹਦੇ ਗੁਣਾਂ ਨੂੰ ਮੰਨਣਾ ਆਸਾਨ ਹੋਵੇਗਾ। ਅਜੇ ਤਾਂ ਬੰਦਾ ਕਰਦਾ ਕੁਝ ਹੋਰ ਹੈ ਤੇ ਮਨਸ਼ਾ ਕੁਝ ਹੋਰ ਰੱਖਦਾ ਹੈ। ਫਰੀਦਾ ਲੋੜੈ ਦਾਖ ਬਿਜੌਰੀਆਂ, ਕਿੱਕਰ ਬੀਜੈ ਜੱਟ, ਹੰਡੇ ਉੱਨ ਕਤਾਏਂ ਦਾ, ਪਹਿੰਦਾ ਲੋੜੈ ਪੱਟ। ਇਹ ਕੱਤ ਦਾ ਉੱਨ ਹੈ ਤੇ ਝਾਕ ਰੱਖਦਾ ਵੀ ਮੈਨੂੰ ਰੇਸ਼ਮ ਦੇ ਕੀਮਤੀ ਕੱਪੜੇ ਪ੍ਰਾਪਤ ਹੋਣ। ਮਹਾਰਾਜ ਕਹਿੰਦੇ ਕਦਾਚਿਤ ਵੀ ਨਹੀਂ ਹੋਣਗੇ। ਜੇ ਚਾਹੁੰਦਾ ਵੀ ਰੇਸ਼ਮ ਦੇ ਕੀਮਤੀ ਪੱਟ ਮੈਨੂੰ ਪ੍ਰਾਪਤ ਹੋਣ ਤਾਂ ਫਿਰ ਤਾਂ ਭਾਈ ਤੈਨੂੰ ਕਰਮ ਵੀ ਉਹ ਕਰਨਾ ਪਵੇਗਾ, ਮਿਹਨਤ ਕਰਨੀ ਪਵੇਗੀ। ਉਹ ਸਫਲਤਾ ਦਾ ਮੂੰਹ ਤਾਂ ਦੇਖ ਸਕਦਾ ਤੂੰ ਜੇ ਤੇਰੇ ਅੰਦਰ ਉਹ ਕੁਆਲਿਟੀ ਹੋਵੇਗੀ ਤਾਂ। ਤੇ ਬੰਦੇ ਦਾ ਸੁਭਾਅ ਕੀ ਹੈ? ਬੰਦਾ ਤਾਂ ਹੁਣ ਧਾਰਮਿਕ ਸਮਾਜਿਕ ਹਰ ਖੇਤਰ ਵਿੱਚ ਕਹਿੰਦਾ ਵੀ ਕੋਈ ਇਦਾਂ ਦਾ ਮੰਤਰ ਹੋਵੇ ਜਿਸ ਮੰਤਰ ਨੂੰ ਪੜ੍ਹਨ ਤੋਂ ਬਾਅਦ ਮੈਨੂੰ ਡਿਗਰੀ ਵੀ ਮਿਲ ਜੇ, ਮੈਨੂੰ ਜੌਬ ਵੀ ਮਿਲ ਜੇ, ਮੇਰਾ ਆਹ ਵੀ ਕਾਰਜ ਹੋ ਜਾਵੇ, ਮੈਂ ਪਲਾਂ ਵਿੱਚ ਬੈਠਾ ਆਪਣੀ ਥਾਂ ਤੋਂ ਪੂਰੀ ਦੁਨੀਆ ਦੀ ਸੈਰ ਕਰਕੇ ਘਰ ਆ ਜਾਵਾਂ। ਇੱਦਾਂ ਦੀਆਂ ਗੱਲਾਂ ਨਾਮੁਮਕਿਨ ਨੇ, ਇਹ ਤਾਂ ਕਾਲਪਨਿਕ ਗੱਲਾਂ ਹੁੰਦੀਆਂ ਨੇ। ਅਸਲੀਅਤ ਇਹ ਹੁੰਦੀ ਹੈ ਵੀ ਜੇ ਤੂੰ ਜੀਵਨ ਵਿੱਚ ਕੁਝ ਬਣਨਾ ਤੇ ਉਹਦੇ ਲਈ ਤੈਨੂੰ ਕੁਝ ਕਰਨਾ ਪਵੇਗਾ। ਅਸਲੀਅਤ ਇਹ ਹੈ। ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਆਖਿਆ, ਜੇਹਾ ਬੀਜੇ ਸੋ ਲੁਣੇ, ਕਰਮਾ ਸੰਦੜਾ ਖੇਤ। ਤੇਰੇ ਕਰਮਾਂ ਦਾ ਖੇਤ ਹੈ। ਜਿਹੋ ਜਿਹਾ ਕਰਮ ਕਰਦਾ ਨਾ ਤੇਰੀ ਖੇਤੀ ਉੱਦਾਂ ਦੀ ਤਿਆਰ ਹੁੰਦੀ ਹੈ, ਤੇ ਜਿਹੋ ਜੀ ਤਿਆਰ ਕਰੇਗਾ ਖੇਤੀ ਤੇ ਤੈਨੂੰ ਵੱਢਣੀ ਵੀ ਉਹੋ ਜੀ ਪੈਣੀ ਹੈ। ਜੇ ਤੂੰ ਕਵੇਂ ਵੀ ਮੈਂ ਆਪਣੇ ਕਰਮਾਂ ਦੀ ਖੇਤੀ ਮਾੜੀ ਤਿਆਰ ਕਰਕੇ ਤੇ ਕਿਸੇ ਦੇ ਚੰਗੇ ਕਰਮਾਂ ਦੀ ਖੇਤੀ ਵੱਢ ਲਵਾਂ, ਇਹ ਕਦੇ ਵੀ ਨਹੀਂ ਹੋਣਾ। ਇਹ ਕਦੋਂ ਹੋਵੇਗਾ? ਮਾਂ ਦੀ ਮਮਤਾ ਹੁੰਦੀ ਹੈ ਨਾ, ਮਾਂ ਪੁੱਤ ਭਾਵੇਂ ਪਾਪ ਕਰਦਾ ਹੋਵੇ ਤੇ ਮਾਂ ਗੁਰਦੁਆਰੇ ਜਾ ਕੇ ਉਹਦੇ ਨਾਂ ਦੀ ਅਰਦਾਸ ਕਰਾਉਂਦੀ ਹੈ ਵੀ ਇਹ ਚੰਗਾ ਬਣ ਜਾਵੇ। ਕਿਵੇਂ ਬਣੇਗਾ ਭਲਾ ਉਹ, ਜਿੰਨੀ ਦੇਰ ਤਾਂ ਉਹ ਆਪ ਹੀ ਸੁਧਰਨ ਨੂੰ ਤਿਆਰ ਨਹੀਂ ਹੈ। ਮਹਾਰਾਜ ਦੀ ਬਾਣੀ ਆਖਦੀ, ਭੌਰ ਉਸਤਾਦ ਨਿਤ ਭਾਖਿਆ, ਬੋਲੇ ਕਿਉਂ ਬੁੱਝੇ ਜਾਂ ਨਾ ਬੁਝਾਈ। ਵੀ ਸਮਝੇ ਕਿਵੇਂ ਜਦੋਂ ਉਹ ਸਮਝਣ ਲਈ ਤਿਆਰ ਹੀ ਨਹੀਂ, ਉਹਨੂੰ ਸਮਝ ਕਿਵੇਂ ਪਵੇਗੀ। ਜਿਹਨੇ ਚੰਗੀ ਗੱਲ ਨੂੰ ਸੁਣਨ ਲੱਗਿਆਂ ਕੰਨਾਂ ਵਿੱਚ ਉਂਗਲਾਂ ਪਾ ਲੈਣੀਆਂ ਜਾਂ ਕੰਨਾਂ ਵਿੱਚ ਰੂੰ ਦੇ ਲੈਣਾ ਤੇ ਉਹਨੂੰ ਸਮਝਾਓਗੇ ਵੀ ਤੁਸੀਂ ਕਿਵੇਂ। ਜਿਹੜਾ ਬੰਦਾ ਚੰਗੀ ਨੂੰ ਵੀ ਮੰਦੀ ਕਹਿ ਕੇ ਸੰਬੋਧਨ ਹੋਵੇ ਤਾਂ ਉਹ ਬੰਦਾ ਸਾਰੀ ਜ਼ਿੰਦਗੀ ਕਿਧਰੇ ਵੀ ਨਹੀਂ ਸੁਧਰ ਸਕਦਾ, ਭਾਵੇਂ ਦੁਨੀਆ ਭਰ ਦੇ ਉਸਤਾਦ ਉਹਨੂੰ ਪੜ੍ਹਾਉਣ ਵਾਸਤੇ ਲਾ ਦਿਓ। ਕਿਉਂਕਿ ਜਦੋਂ ਢੀਠ ਤਾਈ ਬੰਦੇ ਦੇ ਜੀਵਨ ਦਾ ਅੰਗ ਬਣ ਜਾਵੇ ਨਾ, ਬੇਸ਼ਰਮੀ ਤੇ ਢੀਠ ਤਾਈ ਤੇ ਬੇਪਤੀ, ਜਦੋਂ ਇਹ 3 ਚੀਜ਼ਾਂ ਬੰਦੇ ਦੇ ਜੀਵਨ ਵਿੱਚ ਆ ਜਾਣ ਨਾ, ਫਿਰ ਉਹਨੂੰ ਦੁਨੀਆ ਭਰ ਦੇ ਉਸਤਾਦ ਟੀਚਰ ਸਮਝਾਉਣ ਦੀ ਕੋਸ਼ਿਸ਼ ਕਰਨ, ਨਹੀਂ ਸਮਝੇਗਾ, ਉਹ ਕਿਧਰੇ ਵੀ ਨਹੀਂ ਸਮਝੇਗਾ। ਮਹਾਰਾਜ ਦੀ ਬਾਣੀ ਆਖਦੀ ਹੈ, ਉਦੋਂ ਸਮਝਣ ਦੇ ਵੱਲ ਤੁਰੇਗਾ ਜਦੋਂ ਉਹ ਬਿਰਤੀ ਰੱਖ ਕੇ ਆਵੇਗਾ। ਜਿਵੇਂ ਕਿਸੇ ਨੂੰ ਭੁੱਖ ਨਾ ਲੱਗੀ ਹੋਵੇ ਤੇ ਉਹਦੇ ਸਾਹਮਣੇ ਤੁਸੀਂ 36 ਪ੍ਰਕਾਰ ਦੇ ਭੋਜਨ ਰੱਖ ਦਿਓ, ਜਾਂ ਫਿਰ ਬੰਦਾ ਬਿਮਾਰ ਹੋਵੇ ਉਹਦੇ ਸਾਹਮਣੇ ਚੰਗੇ ਚੰਗੇ ਭੋਜਨ ਪਰੋਸ ਕੇ ਰੱਖ ਦਿਓ, ਉਹਦਾ ਤਾਂ ਕੋਈ ਸੰਬੰਧ ਹੀ ਨਹੀਂ ਉਹਨਾਂ ਚੀਜ਼ਾਂ ਨਾਲ। ਜਦੋਂ ਮਨੁੱਖ ਦੀ ਮਾਨਸਿਕਤਾ ਬਿਮਾਰ ਹੁੰਦੀ ਹੈ ਨਾ, ਉਹਦੇ ਸਾਹਮਣੇ ਭਾਵੇਂ ਜਿੰਨੀਆਂ ਮਰਜ਼ੀ ਚੰਗੀਆਂ ਵਿਚਾਰਾਂ ਕਰੀ ਜਾਓ, ਜਿੰਨੇ ਮਰਜ਼ੀ ਵਧੀਆ ਤੋਂ ਵਧੀਆ ਨੁਕਤਿਆਂ ਤੇ ਗੱਲਾਂ ਕਰ ਦਿਓ, ਉਹ ਤਾਂ ਬਿਮਾਰ ਹੈ ਵਿਚਾਰਾ ਮਾਨਸਿਕ ਤੌਰ ਤੇ। ਉਹ ਤੁਹਾਡੀ ਗੱਲ ਨੂੰ ਐਕਸੈਪਟ ਕਿਵੇਂ ਕਰੇਗਾ? ਕਦੀ ਵੀ ਨਹੀਂ ਕਰੇਗਾ। ਤੋ ਗੁਰੂ ਪਾਤਸ਼ਾਹ ਕਹਿੰਦੇ ਵੀ ਜਿਹੋ ਜੇ ਕਰਮ ਕਰਦਾ ਹੈ ਤੈਨੂੰ ਉਹੋ ਜੀ ਪ੍ਰਾਪਤੀ ਹੋਣੀ ਹੈ। ਇਸ ਪੂਰੇ ਸ਼ਲੋਕ ਦੇ ਅੰਦਰ ਫਰੀਦ ਸਾਹਿਬ ਜੀ ਨੇ ਬਿਜੌਰ ਦੇ ਇਲਾਕੇ ਦੀਆਂ ਦਾਖਾਂ ਦੀ ਉਦਾਹਰਣ ਦਿੱਤੀ ਹੈ।
ਭਾਵ ਚੰਗੇ ਗੁਣ ਪ੍ਰਮਾਤਮਾ ਵਾਹਿਗੁਰੂ ਦੇ ਗੁਣ ਤੇਰੇ ਲਈ ਦਾਖਾਂ ਨੇ, ਤੇਰੇ ਅਵਗਣ ਕਿੱਕਰਾਂ ਦੇ ਬੀਜ ਨੇ। ਤੂੰ ਬੀਜਦਾ ਕੀ ਹੈ? ਅਵਗਣ। ਵੱਢਣਾ ਕੀ ਚਾਹੁੰਦਾ ਹੈ? ਚੰਗੇ ਗੁਣਾਂ ਦੀ ਖੇਤੀ ਪ੍ਰਾਪਤ ਕਰਨੀ ਚਾਹੁੰਦਾ ਹੈ। ਸਾਰੀ ਜ਼ਿੰਦਗੀ ਕਰਮ ਤੇਰਾ ਕੀ ਹੈ? ਉੱਨ ਕੱਤਦਾ ਹੈ, ਭਾਵ ਚੁਗਲੀਆਂ ਨਿੰਦਿਆ ਕਰਦਾ ਹੈ ਸਾਰੀ ਜ਼ਿੰਦਗੀ, ਪਰ ਭਾਲਦਾ ਕੀ ਹੈ? ਰੇਸ਼ਮ ਦੇ ਕੀਮਤੀ ਕੱਪੜੇ। ਭਾਲਦਾ ਕੀ ਹੈ? ਸਵਰਗ ਭਾਲਦਾ ਹੈ। ਤੂੰ ਸਾਰੀ ਜ਼ਿੰਦਗੀ ਨਿੰਦਿਆ ਕਰਕੇ ਕੱਢ ਦੇਣਾ ਹੈ। ਇਸ ਸ਼ਲੋਕ ਦਾ ਭਾਵ ਅਰਥ ਹੈ ਗੁਰੂ ਕੇ ਪਿਆਰਿਓ, ਆਓ ਚੰਗਾ ਕਰਮ ਜੀਵਨ ਦਾ ਆਧਾਰ ਹੈ ਤੇ ਚੰਗਾ ਕਰਮ ਜੀਵਨ ਵਿੱਚ ਆਰੰਭ ਕਰੀਏ ਵੀ ਸੱਚਾ ਪਾਤਸ਼ਾਹ ਸਾਡਾ ਕਰਮ ਚੰਗਾ ਬਣ ਜਾਵੇ ਤੇ ਸਾਡੀ ਕਿਰਤ ਚੰਗੀ ਬਣ ਜਾਵੇ, ਤਾਂ ਤੇਰੇ ਦਰ ਤੇ ਅਸੀਂ ਪ੍ਰਵਾਨ ਹੋ ਸਕਦੇ ਹਾਂ। ਸਤਿਗੁਰੂ ਰਹਿਮਤ ਕਰਨ, ਭੁੱਲ ਚੁੱਕ ਦੀ ਖਿਮਾ ਬਖਸ਼ਣੀ। ਆਪ ਸਭ ਦਾ ਧੰਨਵਾਦ, ਸ਼ੁਕਰਾਨਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਗੋਦ ਵਿੱਚ ਬੈਠ ਕੇ ਆਪਾਂ ਤੁਸ਼ ਬੁੱਧੀ ਦੇ ਮੁਤਾਬਕ ਗੁਰ